हाँ जी, गुड ईवनिंग दोस्तों, ए वेरी गुड ईवनिंग टू ऑल ऑफ यू। ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ KV ਕਲਾਸਿਸ ਸਰਦੂਲਗੜ੍ਹ ਦੇ ਵਿੱਚ। ਠੀਕ ਹੈ ਜੀ। ਤੇ ਆਪਣਾ ਮੈਥ ਦਾ ਜਿਹੜਾ ਟੌਪਿਕ ਚੱਲ ਰਿਹਾ ਸੀਗਾ ਉਹ ਚੱਲ ਰਿਹਾ ਸੀ ਦੋਸਤੋ ਪਰਸੈਂਟੇਜ ਦੇ ਵਿੱਚ ਆਪਣੀ ਇੱਕ ਵੀਡੀਓ ਆਲਰੇਡੀ ਆ ਚੁੱਕੀ ਹੈ, ਸੈਕਿੰਡ ਵੀਡੀਓ ਹੈ। ਤੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਬੇਸਿਕ ਤੁਹਾਨੂੰ ਮੈਂ ਗੱਲਾਂ ਦੱਸੀਆਂ ਸੀਗਾ, ਉਹਦੇ ਵਿੱਚ ਇੱਕ ਚਾਰਟ ਵਗੈਰਾ ਦੱਸਿਆ ਸੀਗਾ। ਠੀਕ ਹੈ ਜੀ। ਤੇ ਦੋ ਤੁਹਾਨੂੰ A ਤੇ B ਦੋ ਟਾਈਪਸ ਦੀਆਂ ਸ਼ਾਰਟ ਟ੍ਰਿਕਸ ਦੱਸੀਆਂ ਸੀਗੀਆਂ ਵੀ ਆਹ ਗੱਲਾਂ ਹਮੇਸ਼ਾ ਤੁਸੀਂ ਮਾਈਂਡ ਦੇ ਵਿੱਚ ਰੱਖਣੀਆਂ ਨੇ। ਠੀਕ ਹੈ। ਤਾਂ ਉਮੀਦ ਹੈ ਜਿਹੜਾ ਪਹਿਲਾ ਲੈਕਚਰ ਹੈ ਤੁਸੀਂ ਮੇਰਾ ਧਿਆਨ ਨਾਲ ਦੇਖਿਆ ਹੋਏਗਾ, ਤਾਂ ਉਹਦੇ ਵਿੱਚ ਆਪਾਂ 3 ਕੁਐਸਚਨ ਡਿਸਕਸ ਕੀਤੇ ਸੀਗੇ ਤੇ ਤਿੰਨੇ ਦੇ ਤਿੰਨੇ ਤੁਹਾਨੂੰ ਕੁਐਸਚਨ ਵੀ ਤੁਸੀਂ ਧਿਆਨ ਨਾਲ ਦੇਖੇ ਹੋਣਗੇ। ਠੀਕ ਹੈ ਜੀ। ਅੱਜ ਆਪਾਂ ਉਸ ਤੋਂ ਬਾਅਦ ਦੀਆਂ ਗੱਲਾਂ ਕਰਦੇ ਹਾਂ ਤੇ ਉਸ ਦੇ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਕੁਝ ਬੇਸਿਕ ਗੱਲਾਂ ਨੇ ਜਿਹੜੀਆਂ ਤੁਸੀਂ ਯਾਦ ਕਰਨੀਆਂ ਨੇ। ਉਹ ਬੇਸਿਕ ਗੱਲਾਂ ਕੀ ਨੇ? ਉਹ ਬੇਸਿਕ ਗੱਲਾਂ ਨੇ, ਜੇ ਸਪੋਜ਼ ਕਰੋ ਕੋਈ ਕਿਸੇ ਪਰਸਨ ਦੀ ਜਿਹੜੀ ਸੈਲਰੀ ਹੈ ਉਹ ਸਪੋਜ਼ ਕਰੋ ਕਿੰਨੀ ਹੈ ਜੀ 100 ਰੁਪਏ ਹੈ। ਕਿਸੇ ਪਰਸਨ ਕੋਲ ਜਿਹੜੀ ਸੈਲਰੀ ਹੈ ਉਹ ਕਿੰਨੀ ਹੈ ਜੀ, ਉਹਦੀ 100 ਰੁਪਏ ਹੈ। ਉਸ ਸੈਲਰੀ ਦੇ ਵਿੱਚ ਕਿੰਨਾ ਇਨਕਰੀਮੈਂਟ ਹੋ ਗਿਆ ਜੀ? 25% ਦਾ ਕੀ ਹੋ ਗਿਆ ਦੋਸਤੋ? ਇਨਕਰੀਮੈਂਟ ਹੋ ਗਿਆ। 25% ਜੇ ਉਹਦੀ ਸੈਲਰੀ ਇਨਕਰੀਜ਼ ਹੋ ਗਈ ਤਾਂ ਜੇ ਉਹਦੇ ਕੋਲ ਪਹਿਲਾਂ 100 ਰੁਪਏ ਸੈਲਰੀ ਸੀਗੀ ਤਾਂ ਹੁਣ 25% ਇਨਕਰੀਜ਼ ਹੋਣ ਦਾ ਮਤਲਬ ਕੀ ਆ ਗਿਆ? 100 ਪਿੱਛੇ 25 ਰੁਪਏ ਇਨਕਰੀਜ਼ ਹੋ ਗਏ ਤੇ ਹੁਣ ਜਿਹੜੀ ਉਹਦੀ ਸੈਲਰੀ ਆ ਗਈ ਕਿੰਨੀ ਆ ਗਈ ਜੀ? 125 ਹੋ ਗਈ। ਠੀਕ ਹੈ ਜੀ। ਕੁਝ ਵੀ ਕਹਿ ਸਕਦੇ ਹਾਂ। ਸਪੋਜ਼ ਕਰੋ ਕੋਈ ਪੈਟਰੋਲ ਦਾ ਜਿਹੜਾ ਪ੍ਰਾਈਸ ਸੀਗਾ, ਅੱਜ ਕੱਲ੍ਹ ਲੋਕਡਾਊਨ ਦੇ ਵਿੱਚ ਦੇਖੋ ਪੈਟਰੋਲ ਦੀ ਪ੍ਰਾਈਸ ਡੇ ਟੂ ਡੇ ਇਨਕਰੀਜ਼ ਕਰ ਰਿਹਾ ਤੇ ਲਗਭਗ ਕਈ ਸਟੇਟਾਂ ਦੇ ਵਿੱਚ ਕੀ ਹੈ 100 ਨੂੰ ਪਾਰ ਕਰ ਚੁੱਕਿਆ ਹੈ। ਠੀਕ ਹੈ। ਤਾਂ ਆਪਾਂ ਉਹੀ ਚੀਜ਼ ਲੈ ਲੈਂਦੇ ਹਾਂ ਵੀ ਜਿਹੜਾ ਪੈਟਰੋਲ ਦਾ ਪ੍ਰਾਈਸ ਸੀਗਾ ਕਿੰਨਾ ਸੀਗਾ ਜੀ? 100 ਰੁਪਏ ਸੀਗੇ ਤੇ ਮੋਦੀ ਦੀ ਮਿਹਰਬਾਨੀ ਤੇ ਪ੍ਰਾਈਸ ਕਿੰਨਾ ਹੋ ਗਿਆ ਜੀ? 25% ਇਨਕਰੀਜ਼ ਹੋ ਗਿਆ ਤੇ ਪ੍ਰਾਈਸ ਕਿੰਨਾ ਹੋ ਗਿਆ ਜੀ? 125 ਹੋ ਗਿਆ ਦੋਸਤੋ। ਕਿੰਨਾ ਹੋ ਗਿਆ? 125। ਜੇ ਮੈਂ ਕਹਾਂ ਪਹਿਲਾਂ 100 ਰੁਪਏ ਸੀਗਾ, ਪਹਿਲਾਂ ਕਿੰਨਾ ਸੀਗਾ ਜੀ? 100 ਰੁਪਏ ਸੀਗਾ ਕਿਸੇ ਚੀਜ਼ ਦਾ ਪ੍ਰਾਈਸ। ਜੇ 25% ਕੀ ਹੋ ਗਿਆ ਜੀ? ਡਿਕਰੀਜ਼ ਕਰ ਗਿਆ। 25% ਕੀ ਕਰ ਗਿਆ ਜੀ? ਡਿਕਰੀਜ਼ ਕਰ ਗਿਆ। ਤਾਂ 100 ਦਾ 25% ਕਿੰਨਾ ਆ ਗਿਆ ਜੀ? 25 ਰੁਪਏ। 25 ਰੁਪਏ ਜੇ ਡਿਕਰੀਜ਼ ਕਰ ਗਿਆ ਤਾਂ ਇਹਦਾ ਮਤਲਬ ਕਿੰਨਾ ਆ ਗਿਆ ਜੀ? ਹੁਣ ਪ੍ਰਾਈਸ ਕਿੰਨਾ ਹੋ ਗਿਆ? 75 ਰੁਪਏ। ਕਿੰਨਾ ਹੋ ਗਿਆ ਦੋਸਤੋ? 75 ਰੁਪਏ। ਠੀਕ ਹੈ ਜੀ। ਇਸੇ ਤਰ੍ਹਾਂ ਮੈਂ ਤੁਹਾਨੂੰ ਕਹਿੰਦਾ ਪਹਿਲਾਂ ਕਿਸੇ ਚੀਜ਼ ਦਾ ਪ੍ਰਾਈਸ ਕਿੰਨਾ ਸੀਗਾ ਜੀ? 100 ਸੀਗਾ। ਕਿੰਨਾ ਸੀਗਾ ਜੀ? 100 ਸੀਗਾ। ਜੇ ਉਹਦਾ ਪ੍ਰਾਈਸ 20% ਕੀ ਕਰ ਗਿਆ ਜੀ? ਜਾਂ 15% ਲੈ ਲਓ। 15% ਕੀ ਕਰ ਗਿਆ ਜੀ? ਇਨਕਰੀਜ਼ ਕਰ ਗਿਆ। 15% ਕੀ ਹੈ ਜੀ? ਇਨਕਰੀਜ਼ ਕਰ ਗਿਆ। ਜੇ 15% ਇਨਕਰੀਜ਼ ਕੀਤਾ ਹੈ ਤਾਂ ਪਹਿਲਾਂ ਜੇ 100 ਸੀਗਾ ਤਾਂ ਇੱਕ ਹੁਣ ਕਿੰਨਾ ਹੋ ਗਿਆ ਜੀ? 115 ਹੋ ਗਿਆ। ਕਿੰਨਾ ਹੋ ਗਿਆ ਦੋਸਤੋ? 15 ਹੋ ਗਿਆ। ਇੱਕ ਚੀਜ਼ ਦੇਖਿਓ, ਇਨਕਰੀਜ਼ ਨੂੰ ਮੈਂ ਉੱਪਰਲੇ ਪਾਸੇ ਐਰੋ ਉੱਪਰਲੇ ਪਾਸੇ ਲਗਾ ਰਿਹਾ ਹਾਂ, ਡਿਕਰੀਜ਼ ਵੇਲੇ ਐਰੋ ਮੈਂ ਕੀ ਹੈ ਜੀ ਨਿਚਲੇ ਪਾਸੇ ਲਗਾ ਰਿਹਾ ਹਾਂ। ਬਾਕੀ ਤੁਹਾਡੀ ਇੱਛਾ ਹੈ, ਤੁਸੀਂ ਜਿਵੇਂ ਮਰਜ਼ੀ ਲਿਖ ਸਕਦੇ ਹੋ। ਠੀਕ ਹੈ ਜੀ। ਮੇਰੇ ਲਿਖਣ ਦਾ ਤਰੀਕਾ ਆਪਣਾ ਹੈ, ਤੁਹਾਡਾ ਆਪਣਾ ਹੋਏਗਾ, ਕੋਈ ਦਿੱਕਤ ਨਹੀਂ ਹੈ। ਜੇ ਇਸ ਤਰ੍ਹਾਂ ਲਿਖਣਾ ਚਾਹੁੰਦੇ ਤਾਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ। ਹੁਣ ਸਪੋਜ਼ ਕਰੋ ਕਿਸੇ ਦੀ ਸੈਲਰੀ ਪਹਿਲਾਂ ਕਿੰਨੀ ਸੀਗੀ ਜਾਂ ਕਿਸੇ ਚੀਜ਼ ਦਾ ਜਿਹੜਾ ਪ੍ਰਾਈਸ ਸੀਗਾ ਪਹਿਲਾਂ ਕਿੰਨਾ ਸੀਗਾ ਜੀ? 100 ਸੀਗਾ। ਹੁਣ ਸਪੋਜ਼ ਕਰੋ 10% ਕੀ ਹੋ ਗਿਆ ਜੀ? ਰਿਡਿਊਸ ਹੋ ਗਿਆ। 10% ਕੀ ਹੋ ਗਿਆ ਜੀ? ਰਿਡਿਊਸ ਹੋ ਗਿਆ। ਤਾਂ ਪਹਿਲਾਂ 100 ਸੀਗਾ ਤਾਂ ਹੁਣ ਕਿੰਨਾ ਹੋ ਗਿਆ ਜੀ? 90 ਹੋ ਗਿਆ। ਠੀਕ ਹੈ ਜੀ। ਆਹ ਤਾਂ ਆਪਾਂ ਹੁਣ ਪਰਸੈਂਟੇਜ ਤੋਂ ਸਿੱਧੀ ਪਰਸੈਂਟੇਜ, ਮਤਲਬ ਜਦੋਂ ਪਰਸੈਂਟੇਜ ਤੁਹਾਨੂੰ 25% 15% ਜਾਂ 10% ਜਾਂ 20%, ਜੇ ਸਪੋਜ਼ ਕਰੋ ਪਹਿਲਾਂ 100 ਸੀਗਾ ਹੁਣ ਜੇ 20% ਕੀ ਹੋ ਗਿਆ ਜੀ? ਇਨਕਰੀਜ਼ ਹੋ ਗਿਆ। ਤਾਂ ਕਿੰਨਾ ਹੋ ਗਿਆ ਜੀ? ਹੁਣ 120 ਹੋ ਗਿਆ। ਜਦੋਂ ਪਰਸੈਂਟੇਜ ਤੁਹਾਨੂੰ ਸਿੰਪਲ ਦਿੱਤੀ ਹੋਵੇਗੀ ਤਾਂ ਉਦੋਂ ਆਪਾਂ ਸਿੰਪਲ ਇਸ ਤਰ੍ਹਾਂ ਉਹਨੂੰ ਕਨਵਰਟ ਕਰ ਲਾਂਗੇ। ਠੀਕ ਹੈ ਜੀ। ਬਟ ਸਪੋਜ਼ ਕਰੋ ਪਹਿਲਾਂ ਜਿੰਨੀ ਕਿਸੇ ਦੀ ਸੈਲਰੀ ਸੀਗੀ, ਪਹਿਲਾਂ ਜਿੰਨੀ ਵੀ ਕਿਸੇ ਦੀ ਸੈਲਰੀ ਸੀਗੀ, ਆਹ ਦੇਖੋ 100 ਮੰਨਣ ਦੀ ਲੋੜ ਨਹੀਂ ਹੈਗੀ ਹੈ। ਮੈਂ ਦੇਖੋ ਮੈਂ ਇਸ ਨੂੰ ਇਰੇਜ਼ ਕਰਤਾ। ਠੀਕ ਹੈ। ਮੈਂ ਇਹਨੂੰ ਕੀ ਕਰਤਾ ਜੀ? ਇਰੇਜ਼ ਕਰਤਾ। ਤੁਹਾਨੂੰ ਐਗਜ਼ਾਮ ਦੇ ਵਿੱਚ ਜਿਹੜਾ ਕੁਐਸਚਨ ਆਏਗਾ ਉਹ ਕੀ ਆਏਗਾ ਵੀ ਕਿਸੇ ਪਰਸਨ ਦੀ ਜਿਹੜੀ ਸੈਲਰੀ ਹੈ ਉਹ ਕਿੰਨੀ ਇਨਕਰੀਜ਼ ਹੋ ਗਈ ਜੀ? 25% ਇਨਕਰੀਜ਼ ਹੋ ਗਈ। ਕਿਸੇ ਪਰਸਨ ਦੀ ਸੈਲਰੀ ਕਿੰਨੀ ਹੋ ਗਈ ਜੀ? 25% ਇਨਕਰੀਜ਼ ਹੋ ਗਈ। 25% ਇਨਕਰੀਜ਼ ਦਾ ਮਤਲਬ ਪਹਿਲਾਂ ਜੇ ਸੈਲਰੀ 100 ਹੈ ਤਾਂ ਹੁਣ ਕਿੰਨੀ ਹੋ ਗਈ ਜੀ? 125 ਹੋ ਗਈ। ਮਤਲਬ ਉਦੋਂ ਜਿਹੜਾ ਲੈਟ ਆਪਾਂ ਕਰਾਂਗੇ ਉਦੋਂ ਆਪਾਂ ਮੰਨਾਂਗੇ ਜਿਹੜਾ ਉਹ ਕਿੰਨਾ ਮੰਨਾਂਗੇ ਜੀ? 100 ਮੰਨਾਂਗੇ ਜਦੋਂ ਸਿੰਪਲ ਪਰਸੈਂਟੇਜ ਆਏਗੀ। ਠੀਕ ਹੈ ਜੀ। ਜਿਵੇਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਜਦੋਂ ਪਰਸੈਂਟੇਜ ਸਿੰਪਲ ਆਵੇਗੀ ਉਦੋਂ ਆਪਾਂ ਲੈਟ ਕਿੰਨਾ ਕਰਨਾ ਜੀ? 100 ਕਰਨਾ ਹੈ। ਹੁਣ 25% ਡਿਕਰੀਜ਼ ਕੀਤੀ ਹੈ ਤਾਂ ਉਦੋਂ ਵੀ ਆਪਾਂ ਕੀ ਕਰਾਂਗੇ ਜੀ? ਲੈਟ ਕਿੰਨਾ ਕਰ ਲਾਂਗੇ ਜੀ? ਜੇ 100 ਹੈ ਤਾਂ 25% ਡਿਕਰੀਜ਼ ਹੋ ਗਈ ਤਾਂ ਇਹਦਾ ਮਤਲਬ ਹੁਣ ਕਿੰਨੀ ਰਹੇਗੀ ਸੈਲਰੀ? 75 रहेगी। किसी चीज़ का प्राइस जो 15% इनक्रीज़ किया है तो 15% इनक्रीज़ का मतलब पहला जो 100 है तो हुण कितना आ गया जी? 115 आ गया। किसी चीज़ का प्राइस जो 10% डिक्रीज़ किया है तो पहला प्राइस कितना है जी? 100 तो हुण डिक्रीज़ किया तो कितना हो गया जी? 90 हो गया। वो आखेगा किसी चीज़ का वेट, किसी परसन का वेट, ठीक है जी, 20% की हो गया जी? इनक्रीज़ हो गया। तो 20% इनक्रीज़ का मतलब पहला जो वेट वो 100 kg सीगा तो हुण कितना हो गया जी? 120 kg हो गया। ठीक है जी। आ है जी सिंपल परसेंटेज।
ਹੁਣ ਜੇ ਪਰਸੈਂਟੇਜ ਤੁਹਾਨੂੰ ਦੇ ਦੇ, ਸਪੋਜ਼ ਕਰੋ ਇੱਥੇ ਪਰਸੈਂਟੇਜ ਲਿਖ ਦੇਗਾ 33 ਸਹੀ 1/3% ਕੀ ਹੋ ਗਿਆ ਜੀ, ਇਨਕਰੀਜ਼ ਹੋ ਗਿਆ। ਕਿਸੇ ਚੀਜ਼ ਦਾ ਪ੍ਰਾਈਸ ਜਿਹੜਾ ਹੈਗਾ ਹੈ ਉਹ 33 ਸਹੀ 1/3% ਕੀ ਹੋ ਗਿਆ ਜੀ, ਇਨਕਰੀਜ਼ ਹੋ ਗਿਆ। ਤਾਂ ਹੁਣ ਦੇਖੋ 33 ਸਹੀ 1/3%, ਜੇ ਇੱਥੇ ਮੈਂ ਹੁਣ 100 ਅਜ਼ਿਊਮ ਕਰਦਾ ਤਾਂ 33 ਸਹੀ 1/3 ਕੱਢਣਾ 100 ਦਾ ਉਹ ਪੁਆਇੰਟਾਂ ਦੇ ਵਿੱਚ ਆਏਗਾ। ਤਾਂ ਇੱਥੇ ਕਦੇ ਵੀ ਜਦੋਂ ਆਪਾਂ ਇਸ ਤਰ੍ਹਾਂ ਦਾ ਫ੍ਰੈਕਸ਼ਨ ਆਏਗਾ ਉਹਨੂੰ ਆਪਾਂ ਕੀ ਹੈ ਜੀ 100 ਅਜ਼ਿਊਮ ਨਹੀਂ ਕਰਦੇ, ਉਦੋਂ ਅਜ਼ਿਊਮ ਕਿੰਨਾ ਕਰੇਗਾ, ਇਹਨੂੰ ਆਪਾਂ ਫ੍ਰੈਕਸ਼ਨ ਦੇ ਵਿੱਚ ਕਨਵਰਟ ਕਰ ਲਾਂਗੇ। ਸਪੋਜ਼ ਕਰੋ ਕਿਸੇ ਚੀਜ਼ ਦਾ ਪ੍ਰਾਈਸ ਕਿੰਨਾ ਹੋਗਾ ਜੀ 33 ਸਹੀ 1/3 ਇਨਕਰੀਜ਼ ਕਰ ਗਿਆ, ਤਾਂ 33 ਸਹੀ 1/3 ਨੂੰ ਜੇ ਆਪਾਂ ਫ੍ਰੈਕਸ਼ਨ ਦੇ ਵਿੱਚ ਲਿਖਾਂਗੇ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ 33 ਸਹੀ 1/3 ਨੂੰ ਆਪਾਂ ਫ੍ਰੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹਾਂ। ਮੈਨੂੰ ਡਾਇਰੈਕਟ ਯਾਦ ਹੈ ਵੀ 33 ਸਹੀ 1/3 ਦਾ ਮਤਲਬ ਕਿੰਨਾ ਹੁੰਦਾ ਜੀ, 1/3 ਹੁੰਦਾ ਹੈ। ਹੁਣ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਦੇਖਣਾ। ਜਿਹੜੇ ਨਿਊ ਸਟੂਡੈਂਟਸ ਨੇ ਜਿਨ੍ਹਾਂ ਨੇ ਮੇਰੀ ਕਲਾਸ ਕਦੇ ਅਟੈਂਡ ਨਹੀਂ ਕੀਤੀ ਉਹ ਕੀ ਕਰਨਗੇ, ਹੁਣ 33 ਸਹੀ 1/3% ਇਨਕਰੀਜ਼ ਕਰ ਗਿਆ ਤਾਂ 33 ਸਹੀ 1/3 ਦਾ ਫ੍ਰੈਕਸ਼ਨ ਵੈਲਿਊ ਕੀ ਆ ਗਈ ਜੀ, 1/3 ਆ ਗਈ। ਮੈਂ ਇਸ ਨੂੰ ਕਨਵਰਟ ਕਰਕੇ ਵੀ ਦਿਖਾ ਦਿੰਦਾ ਵੀ 33 ਸਹੀ 1/3 ਦਾ ਮਤਲਬ ਫ੍ਰੈਕਸ਼ਨ ਦੇ ਵਿੱਚ 1/3 ਕਿਵੇਂ ਹੈ। ਪਹਿਲੀ ਗੱਲ ਤਾਂ ਤੁਸੀਂ ਮੇਰੀ ਪਹਿਲੀ ਵੀਡੀਓ ਦੇਖੋ, ਉਹਦੇ ਵਿੱਚ ਮੈਂ ਡਾਇਰੈਕਟ ਤੁਹਾਨੂੰ ਯਾਦ ਕਰਵਾਈ ਹੋਈ ਹੈ। ਬਟ ਫਿਰ ਵੀ ਜੇ ਕਿਸੇ ਨੂੰ ਡਾਇਰੈਕਟ ਯਾਦ ਨਹੀਂ ਹੁੰਦੀ ਤਾਂ ਆਪਾਂ ਇਸ ਨੂੰ 1/3 ਦੇ ਵਿੱਚ ਕਨਵਰਟ ਵੀ ਕਰ ਸਕਦੇ ਹਾਂ। 33 ਸਹੀ 1/3 ਦਾ ਮਤਲਬ ਇਹਨੂੰ ਫ੍ਰੈਕਸ਼ਨ ਦੇ ਵਿੱਚ ਤੋੜੋ, 33 ਤੀਆ ਕਿੰਨਾ ਆ ਗਿਆ ਜੀ 99, 99 ਦੇ ਕਿੰਨਾ ਆ ਗਿਆ ਦੋਸਤੋ 100, ਤਾਂ ਕਿੰਨਾ ਬਣ ਗਿਆ ਜੀ ਆ 100/3 ਬਣ ਗਿਆ। 100 ਕਿੰਨਾ ਬਣ ਗਿਆ ਜੀ 3 ਬਣ ਗਿਆ। ਠੀਕ ਹੈ ਜੀ 100 ਕਿੰਨਾ ਬਣ ਗਿਆ ਦੋਸਤੋ 3 ਬਣ ਗਿਆ। ਹੁਣ ਪਰਸੈਂਟੇਜ ਹਟਾਉਣੀ ਹੈ ਤਾਂ ਪਰਸੈਂਟੇਜ ਹਟਾਉਣ ਵਾਸਤੇ ਕਿੰਨਾ ਕਰਾਂਗੇ ਜੀ /100 ਲਗਾਵਾਂਗੇ। ਕੀ ਦੱਸਿਆ ਸੀ ਤੁਹਾਨੂੰ ਮੈਂ, ਪਰਸੈਂਟੇਜ ਹਟਾਉਣੀ ਹੈ ਤਾਂ /100, ਪਰਸੈਂਟੇਜ ਬਣਾਉਣੀ ਹੈ ਤਾਂ ×100। ਹੁਣ 100 ਨਾਲ 100 ਕੀ ਹੋ ਗਿਆ ਜੀ, ਕੈਂਸਲ ਹੋ ਗਿਆ। ਕਿੰਨਾ ਆ ਗਿਆ ਦੋਸਤੋ 1/3 ਆ ਗਿਆ। ਠੀਕ ਹੈ ਜੀ, ਉਹੀ ਚੀਜ਼ ਮੈਂ ਇੱਥੇ ਕੀ ਹੈ ਜੀ ਡਾਇਰੈਕਟ ਲਿਖੀ ਹੈ। ਠੀਕ ਹੈ, ਤਾਂ 33 ਸਹੀ 1/3 ਦਾ ਮਤਲਬ ਕਿੰਨਾ ਆ ਗਿਆ ਜੀ 1/3 ਆ ਗਿਆ। ਠੀਕ ਹੈ 1/3। ਹੁਣ ਚੀਜ਼ ਦੇਖਣਾ ਹੈ ਵੀ ਇਨਕਰੀਜ਼ ਕਰ ਰਿਹਾ ਹੈ ਜਾਂ ਡਿਕਰੀਜ਼ ਕਰ ਰਿਹਾ ਹੈ। ਜੇ ਇਨਕਰੀਜ਼ ਕਰ ਰਿਹਾ ਹੈ ਤਾਂ ਉੱਪਰਲੀ ਚੀਜ਼ ਕੀ ਕਰਨੀ ਹੈ ਜੀ ਪਲੱਸ, ਜੇ ਡਿਕਰੀਜ਼ ਕਰੇਗਾ ਤਾਂ ਉੱਪਰਲੇ ਪਾਸੇ ਕੀ ਲਗਾ ਦੇਣਾ ਹੈ ਮਾਈਨਸ। ਜਿਹੜੀ ਥੱਲੜੀ ਵੈਲਿਊ ਆਉਂਦੀ ਹੈ ਹਮੇਸ਼ਾ, ਜਿਹੜੀ ਬਟਿਆਂ 'ਚ ਨੰਬਰ ਆਉਂਦਾ ਹੈ ਉਹ ਹਮੇਸ਼ਾ ਕੀ ਹੁੰਦਾ ਹੈ ਓਰੀਜਨਲ ਨੰਬਰ। ਉਹਨੂੰ ਕੀ ਕਹਿੰਦੇ ਆ ਜੀ ਆਪਾਂ ਹਮੇਸ਼ਾ ਓਰੀਜਨਲ ਨੰਬਰ ਜਾਂ ਇਨੀਸ਼ੀਅਲ ਨੰਬਰ ਵੀ ਆਪਾਂ ਕਹਿ ਸਕਦੇ ਹਾਂ। ਜਿਹੜਾ ਥੱਲੜਾ ਹੁੰਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਓਰੀਜਨਲ ਨੰਬਰ ਜਾਂ ਇਨੀਸ਼ੀਅਲ ਨੰਬਰ ਵੀ ਆਪਾਂ ਕਹਿ ਸਕਦੇ ਹਾਂ। ਓਰੀਜਨਲ ਨੰਬਰ ਜਾਂ ਇਨੀਸ਼ੀਅਲ ਨੰਬਰ। ਠੀਕ ਹੈ ਜੀ, ਉਸ ਤੋਂ ਬਾਅਦ ਇਨਕਰੀਜ਼ ਹੋਇਆ ਜਾਂ ਡਿਕਰੀਜ਼, ਉਹ ਕੀ ਆ ਜਾਏਗਾ ਮੇਰੇ ਕੋਲ ਫਾਈਨਲ ਨੰਬਰ ਆ ਜਾਏਗਾ। ਕਿਵੇਂ ਆ ਜਾਏਗਾ ਫਾਈਨਲ ਨੰਬਰ, ਹੁਣ ਦੇਖੋ ਥੱਲੜਾ ਦਾ ਮੇਰੇ ਕੋਲ ਕੀ ਹੈ ਇਨੀਸ਼ੀਅਲ ਹੈ, ਮਤਲਬ ਪਹਿਲਾ ਨੰਬਰ ਕਿੰਨਾ ਸੀਗਾ 3 ਸੀਗਾ। ਜੇ ਹੁਣ ਕੋਈ ਸੰਖਿਆ 33 ਸਹੀ 1/3% ਇਨਕਰੀਜ਼ ਹੋ ਗਈ ਤਾਂ ਪਹਿਲਾਂ ਓਰੀਜਨਲ ਸੰਖਿਆ ਕਿੰਨੀ ਹੈ ਜੀ 3। ਹੁਣ ਇਨਕਰੀਜ਼ ਹੋਣ ਦਾ ਮਤਲਬ ਜਿਹੜੀ ਉੱਪਰਲੀ ਚੀਜ਼ ਆਈ ਹੈ ਉਹ ਇਨਕਰੀਜ਼ ਕਰ ਦੇਣੀ ਹੈ, ਮਤਲਬ ਇਹਦੇ ਵਿੱਚ ਪਲੱਸ ਕਰ ਦੇਣੀ ਹੈ। ਤਾਂ 3 ਦੇ ਵਿੱਚ ਜਦੋਂ ਆਪਾਂ ਇੱਕ ਪਲੱਸ ਕੀਤਾ ਕਿੰਨੇ ਹੋ ਗਏ ਜੀ 4 ਹੋ ਗਿਆ। ਕਿੰਨਾ ਹੋ ਗਿਆ ਦੋਸਤੋ 4 ਹੋ ਗਿਆ। ਤਾਂ 33 ਸਹੀ 1/3% ਦਾ ਮਤਲਬ ਕਿੰਨਾ ਸੀਗਾ ਜੀ 1/3। 3 ਕੀ ਆ ਗਿਆ ਜੀ ਓਰੀਜਨਲ ਆ ਗਿਆ। ਉਸ ਤੋਂ ਬਾਅਦ ਉਹਨੇ ਇਨਕਰੀਜ਼ ਕਿਹਾ ਹੈ ਵੀ 3 ਤੋਂ ਜੇ 33 ਸਹੀ 1/3% ਕੋਈ ਨੰਬਰ ਇਨਕਰੀਜ਼ ਹੋ ਗਿਆ ਤਾਂ ਉੱਪਰਲਾ ਇਨਕਰੀਜ਼ ਹੋ ਗਿਆ ਤਾਂ 3 + 1 ਕਿੰਨਾ ਆ ਗਿਆ ਜੀ 4। ਮਤਲਬ ਪਹਿਲਾ ਨੰਬਰ ਕਿੰਨਾ ਸੀਗਾ ਜੀ 3, 3 ਤੋਂ ਹੁਣ ਕਿੰਨਾ ਹੋ ਗਿਆ ਜੀ 4 ਹੋ ਗਿਆ। ਇੱਕ ਆਪਾਂ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ, ਕੋਈ ਦਿੱਕਤ ਨਹੀਂ ਹੈ। ਮੈਂ ਤੁਹਾਨੂੰ ਕਹਿਣਾ ਕਿਸੇ ਚੀਜ਼ ਦਾ ਪ੍ਰਾਈਸ ਜਾਂ ਕਿਸੇ ਚੀਜ਼ ਦਾ ਕੀ ਆਪਾਂ ਪੈਟਰੋਲ ਦਾ ਪ੍ਰਾਈਸ ਲੈ ਲੈਣੇ ਜਾਂ ਸ਼ੂਗਰ ਦਾ ਪ੍ਰਾਈਸ ਕਹਿ ਲੇਗਾ, ਕੁਝ ਵੀ ਕਹਿ ਦੇਗਾ। ਬੜੇ ਇੰਪੋਰਟੈਂਟ ਕੁਐਸਚਨ ਅੱਜ ਆਪਾਂ ਡਿਸਕਸ ਕਰਾਂਗੇ, ਤਾਂ ਅੱਜ ਦੀ ਜਿਹੜੀ ਵੀਡੀਓ ਹੈ ਐਂਡ ਤੱਕ ਜ਼ਰੂਰ ਦੇਖਣੀ ਹੈ। ਠੀਕ ਹੈ ਜੀ, ਹੁਣ ਕਹਿਦਾ ਸਪੋਜ਼ ਕਰੋ ਸ਼ੂਗਰ ਦਾ ਪ੍ਰਾਈਸ ਹੈ ਜਿਹੜਾ ਵੀ ਸ਼ੂਗਰ ਦਾ ਪ੍ਰਾਈਸ ਕਿੰਨਾ ਇਨਕਰੀਜ਼ ਹੋ ਗਿਆ ਜੀ, ਕਿੰਨਾ ਇਨਕਰੀਜ਼ ਹੋ ਗਿਆ ਜੀ 16 ਸਹੀ 2/3% ਕੀ ਹੋ ਗਿਆ ਇਨਕਰੀਜ਼ ਹੋ ਗਿਆ। ਠੀਕ ਹੈ ਜੀ 16 ਸਹੀ 2/3% ਕੀ ਹੋ ਗਿਆ ਜੀ ਇਨਕਰੀਜ਼ ਹੋ ਗਿਆ। ਤਾਂ 16 ਸਹੀ 2/3% ਦਾ ਹੁਣ ਤੁਹਾਨੂੰ ਡਾਇਰੈਕਟ ਯਾਦ ਹੋਣਾ ਚਾਹੀਦਾ ਹੈ ਵੀ 16 ਸਹੀ 2/3% ਕਿੰਨਾ ਆ ਗਿਆ। ਠੀਕ ਹੈ ਜੀ, ਤਾਂ 16 ਸਹੀ 2/3% ਜੇ ਡਾਇਰੈਕਟ ਨਹੀਂ ਯਾਦ ਹੈ ਤਾਂ ਤੁਹਾਨੂੰ ਮੈਂ ਬਣਾਉਣਾ ਵੀ ਦੱਸਤਾ ਸੀਗਾ ਵੀ 16 ਸਹੀ 2/3% ਦਾ ਮਤਲਬ ਡਾਇਰੈਕਟ ਕਿੰਨਾ ਹੈ। ਪਹਿਲੀ ਗੱਲ ਤਾਂ ਡਾਇਰੈਕਟ ਯਾਦ ਹੋਣਾ ਚਾਹੀਦਾ ਹੈ। ਜੇ ਡਾਇਰੈਕਟ ਯਾਦ ਨਹੀਂ ਹੈ ਤਾਂ 16 ਤੇ 48 ਤੋਂ ਕਿੰਨਾ ਆ ਗਿਆ ਜੀ 50 ਆ ਗਿਆ ਦੋਸਤੋ। ਕਿੰਨਾ ਆ ਗਿਆ ਜੀ 50 ਬਟਾ ਕਿੰਨਾ ਹੈ ਜੀ 3। ਪਰਸੈਂਟੇਜ ਹਟਾਉਣ ਵਾਸਤੇ ਕਿੰਨਾ ਕਰਾਂਗੇ ਜੀ ਬਟਾ 100। ਤਾਂ 50 ਦੁਣਾ ਕਿੰਨਾ ਆ ਗਿਆ ਜੀ 100। ਤਾਂ 1 ਬਟਾ ਕਿੰਨਾ ਆ ਗਿਆ ਜੀ 6। 1 ਬਟਾ ਕਿੰਨਾ ਆ ਗਿਆ ਜੀ 6। ਤਾਂ 16 ਸਹੀ 2/3% ਦਾ ਮਤਲਬ ਕਿੰਨਾ ਆ ਗਿਆ ਜੀ 1/6 ਆ ਗਿਆ। ਕਿੰਨਾ ਆ ਗਿਆ ਦੋਸਤੋ 1/6। ਠੀਕ ਹੈ ਜੀ, ਇਹਦਾ ਮਤਲਬ ਪਹਿਲਾਂ ਜਿਹੜਾ ਸ਼ੂਗਰ ਦਾ ਜਿਹੜਾ ਪ੍ਰਾਈਸ ਸੀਗਾ ਉਹ ਕਿੰਨਾ ਸੀਗਾ ਜੀ 6 ਯੂਨਿਟ ਸੀਗਾ। ਹੁਣ ਇਨਕਰੀਜ਼ ਹੋਇਆ ਤਾਂ ਉੱਪਰਲਾ ਕੀ ਕਰਾਂਗੇ ਜੀ ਪਲੱਸ ਕਰਾਂਗਾ। ਤਾਂ 6 + 1 ਕਿੰਨਾ ਆ ਗਿਆ ਜੀ 7 ਆ ਗਿਆ। ਕਿੰਨਾ ਆ ਗਿਆ ਜੀ
7 आ गया। ठीक है जी। तो हुण पहला शुगर का प्राइस कितना सीगा 6, हुण कितना हो गया जी 7 हो गया। जे डिक्रीज करता, जे डिक्रीज की गल करता तो 6 उपरला माइनस की करता जी माइनस। सपोज करो इत्थे की कह दिंदा वो भी शुगर का जो प्राइस है 16 सही 2/3% की हो गया डिक्रीज हो गया, यदा मतलब 1/6 डिक्रीज हो गया। तो 6 सीगा डिक्रीज हो गया तो उपरला की करांगे माइनस करांगे, 6 माइनस 1 कितना आ जाता जी 5 आ जाता। ठीक है जी। ये ਜਿਹੜੀਆਂ ਕੰਸੈਪਟ ਨੇ ਇਹ ਗੱਲਾਂ ਤੁਸੀਂ ਮਾਈਂਡ ਦੇ ਵਿੱਚ ਯਾਦ ਰੱਖਣੀਆਂ ਨੇ। ਇਹ ਗੱਲਾਂ ਜੇ ਤੁਹਾਨੂੰ ਯਾਦ ਹੋਣਗੀਆਂ ਫਿਰ ਹੀ ਜਿਹੜੇ ਅਗਲੇ ਕੁਐਸਚਨ ਉਹ ਤੁਸੀਂ ਕਰ ਪਾਓਗੇ। ਠੀਕ ਹੈ ਜੀ। ਤਾਂ ਉਮੀਦ ਆ ਸਾਰੀਆਂ ਦੇ ਸਾਰੀਆਂ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਇਸ ਤੋਂ ਬਾਅਦ ਅੱਜ ਆਪਾਂ ਕੁਐਸਚਨ ਦੇਖਦੇ ਹਾਂ ਤੇ ਅੱਛੇ ਲੈਵਲ ਦੇ ਕੁਐਸਚਨ ਹੈ, ਬੜੇ ਵਧੀਆ ਲੈਵਲ ਦੇ ਕੁਐਸਚਨ ਹੈ, ਤਾਂ ਵੀਡੀਓ ਦੇ ਨਾਲ ਬਣੇ ਰਹਿਣਾ ਹੈ ਜੀ। ਠੀਕ ਹੈ ਜੀ। ਤਾਂ ਪਹਿਲਾ ਹੀ ਕੁਐਸਚਨ ਅੱਜ ਦਾ ਪਹਿਲਾ ਕੁਐਸਚਨ ਹੈ ਤੇ PDF ਦਾ 4th ਕੁਐਸਚਨ ਹੈ। 3 ਕੁਐਸਚਨ ਆਪਾਂ ਆਲਰੇਡੀ ਕਰ ਚੁੱਕੇ ਹਾਂ ਤੇ ਮੈਂ ਲਗਭਗ ਕੋਸ਼ਿਸ਼ ਕੀਤੀ ਹੈ ਵੀ ਹਰੇਕ ਟਾਈਪ ਦਾ ਤੁਹਾਨੂੰ ਇੱਕ ਕੁਐਸਚਨ ਮੈਂ ਤੁਹਾਨੂੰ ਕਰਵਾ ਦਾਂ। ਠੀਕ ਹੈ ਜੀ। ਤਾਂ ਚੌਥਾ ਕੁਐਸਚਨ ਕੀ ਕਹਿੰਦਾ ਹੈ, ਇਫ ਏ ਨੰਬਰ ਇਜ਼ ਇਨਕਰੀਜ਼ਡ ਬਾਈ 37 ਸਹੀ 0.5 ਇਨਕਰੀਜ਼ਡ percent then the number becomes 132, what is the original number? ਕੀ ਕਹਿੰਦਾ ਦੋਸਤੋ, ਇੱਕ ਮਿੰਟ। हाँ जी, क्वेश्चन कर रहे थे आप। कोई नंबर है, इफ ए नंबर इज इंक्रीज्ड बाई 37.5%, इंक्रीज्ड 37.5%, देन द नंबर बिकम्स 132, वट इज़ द ओरिजिनल नंबर? द ओरिजिनल नंबर की है। ठीक है जी। हुण देखो सेम कंसैप्ट जो तुहानूं मैं हुणे दस के गया भी कोई नंबर है वो इंक्रीज हो गया, कितना इंक्रीज हो गया जी 37.5% की हो गया जी इंक्रीज हो गया। कितना हो गया जी 37.5% की हो गया इंक्रीज हो गया। 37.5% की हो गया जी इंक्रीज हो गया। 37.5 की हो गया जी इंक्रीज हो गया। ठीक है जी। उस तो बाद की है जी इंक्रीज होने तो बाद जो नंबर बन गया वो कितना बन गया जी 132। वट इज़ द ओरिजिनल नंबर? पहली गल तो 37.5 मतलब कोई नंबर है वो इंक्रीज हो गया, कितना हो गया जी 37.5% इंक्रीज हो गया। तो हुण 37.5 की जी वैल्यू है वो तो डायरैक्ट फ्रैक्शन के याद होनी चाहिए है। ठीक है जी। ਹੁਣ ਮੈਨੂੰ ਤਾਂ याद है भी 37.5 का मतलब कितना आ गया जी 3/8 आ गया, 3/8 आ गया। ठीक है जी। तो पहला ओरिजिनल जो नंबर सीगा, क्योंकि निचला नंबर की आता जी ओरिजिनल नंबर आता है, निचला नंबर की आता जी ओरिजिनल नंबर होता है, तो उपरला की करना होता जी आप जे इंक्रीज होया तो प्लस, जे डिक्रीज होता तो आप की करना सीगा माइनस करना सीगा। तो यदा मतलब पहला नंबर कितना सीगा 8, 3 इंक्रीज हो गया तो 8 तो कितना हो गया जी 11 हो गया। हुण 37.5 का 37% का 3/8 किवें आया है, ये हुण मैं बार बार नहीं दसूँगा, ये तुसी डायरैक्ट याद करोगे पहली वीडियो दे विच। ठीक है जी। पहली वीडियो दे विच मैं सारा कुछ दस्या होया है भी 37.5% की वैल्यू 3/8 किवें होएगी। ठीक है जी। इनू तो देखो याद करना ही करना पवेगा, बिना याद करो तो बार बार जे इनू तुसी कन्वर्ट करोगे तो नैचुरली गल बड़ा टाइम लगेगा। फिर भी जो तुसी देखना चाहोगे तो देख लो। ठीक है जी। 37.5% का मतलब 37% का मतलब 1/, कितना लगावांगे जी 100 लगावांगे दोस्तों। कितना लगावांगे 1/100 लगावांगे। आप पॉइंट जे हटावांगे तो पॉइंट हटा के बटा कितना लग गया जी 10 लग गया। ठीक है जी। हम 25 तो कैंसिल हो जाएगा, 25 चौका 100 हो गया, 25 एकम 25 तो 25 5 कितना आ गया जी 125। ठीक है जी। हुण 5 तिया 15 ते 5 दूनी कितना आ गया जी 10, ऊपर कितना बच गया दोस्तों सॉरी 3 ते 4 दूनी कितना आ गया जी 8, 3/8। देखो कितना टाइम लगना है, घट्टो घट्ट अपने 10 सेकंड की हो जाएंगे जी खराब हो जाएंगे। ठीक है जी। तो इस करके तुहानूं दस्सिया सीगा भी जिहड़ा पहला चार्ट तुहानूं पहली वीडियो दे विच दस्सिया सीगा बड़ा इंपॉर्टेंट है, उन्होंने याद करना पएगा। ठीक है जी। तो 37.5% का मतलब कितना आ गया जी 3/8। तो थल्लड़ी वैल्यू की होंगी हमेशा ओरिजिनल वैल्यू होंगी है। तो ओरिजिनल कितना आ गया जी 8, इंक्रीज किया तो 8 के उपरला की करांगे जी प्लस, जे डिक्रीज करता तो 8 - 3 कितना हो जाता 5। तो 8 ओरिजिनल नंबर कितना आ गया जी 8, 8 तो कितना हो गया जी 11। हुण क्वेश्चन की कहता है, कहता इफ ए नंबर इंक्रीज्ड बाई 37.5% देन द नंबर बिकम्स 132। तो नंबर कितना हो जाता जी 132 हो जाता। वट इज़ द ओरिजिनल नंबर? मतलब की हो गया रेशो वाला कंसैप्ट लग गया भी इंक्रीज होने तो बाद जो नंबर बनया है वो कितना बन गया जी 132 बन गया। कितना बन गया दोस्तों 132 बन गया। ठीक है जी। कितना बन गया 132 बन गया। ठीक है जी। हुण कहने का मतलब अपना इंक्रीज हो गया कितना बनया जी 11, यदा मतलब 11 यूनिट की वैल्यू कितनी आ गई जी 132। 11 यूनिट की वैल्यू कितनी आ गई जी 132। तो 1 यूनिट की कितनी आ जाएगी 132/11 मतलब कितना आ गया जी
12 11 132 ਹੁੰਦਾ ਨਾ, 12 11 132, ਤਾਂ 1 यूनिट की वैल्यू कितने आ गई 12 आ गई, तो 8 यूनिट की, क्योंकि वैल्यू की पूछी है वट इज़ द ओरिजिनल नंबर, तो ओरिजिनल नंबर कितने यूनिट है जी 8 यूनिट है, तो 8 यूनिट की वैल्यू कितनी आ जाएगी 8 गुणा 12, तो 12 8 कितना आ गया जी 96, कितना बन गया जी 96, 96 बन गया, तो 96 ऑप्शन किहड़ी पई है जी बी ऑप्शन पई है दोस्तों, किहड़ी पई है बी ऑप्शन, ठीक है जी। तो अपने को ओरिजिनल नंबर कितना सीगा 96 सीगा, जिहड़ा कि 37.5% इनक्रीज होने तो बाद कितना बन गया जी 132 बन गया, ठीक है जी। चलो देखते हैं नेक्स्ट क्वेश्चन जिहड़ा हैगा सैकंड क्वेश्चन है वो की कहता है, कहता इफ द इनकम ऑफ प्रिंस इज 16 से ही 2/3% लेस दैन द इनकम ऑफ राहुल, ठीक है जी। कहता प्रिंस की जी इनकम है वो 16 से ही 2/3% इनक्री सॉरी घट है, किस तो घट है जी राहुल तो, किस तो घट है जी राहुल तो हुण सेम वही चीज़ आ गई, सेम वही चीज़ आ गई कितना आएगा जी कितना आ जाएगा सॉरी, द इनकम ऑफ प्रिंस इज 16 से 2/3% लेस दैन द इनकम ऑफ राहुल, राहुल तो प्रिंस की जी इनकम है इन्ने परसेंट घट है, कितनी घट है जी 16 से ही 2/3%, 16 से ही 2/3% घट है, ठीक है जी। किस दी घट है, इफ द इनकम ऑफ प्रिंस इज दिस लेस दैन द इनकम ऑफ राहुल, मतलब इधरले पासे इनकम की दी है जी राहुल दी, ते प्रिंस दी इनकम की है जी इस तो घट है, तो इधरले पासे इनकम की दी है जी राहुल दी, ते प्रिंस दी ओ सॉरी इफ द इनकम ऑफ प्रिंस इज लेस दैन द इनकम ऑफ राहुल, ठीक है जी ओके, लेस की गल कर रहे हैं, इधर राहुल ही आएगा तो राहुल आएगा तो इधर क्या आएगा जी प्रिंस आएगा, ठीक है जी। हुण 16 से ही 2/3%, 16 से ही 2/3% तो फ्रैक्शन के वैल्यू कितनी होएगी 2/3, कितनी होएगी जी 2/3, कितनी होएगी 2/3 होएगी, कितनी होएगी कमेंट बॉक्स के विच इहदा कमेंट करके दसो भी 16 से ही 2/3% की वैल्यू कितनी होएगी, 16 से ही 2/3% की। देखते हैं सब तो पहला कमेंट किहदा आउंदा है, सब तो पहला जिहड़ा कमेंट है वो किहदा आउंदा है, ठीक है जी। 16 से ही 2/3% की वैल्यू कितनी हुंदी है, ठीक है 16 से ही 2/3% का शॉर्टकट के विच जिहड़ा हैगा वो कितना आउंदा है, ठीक है। चलो मैं तुहानूं इहदा बना के दिखा देना, 16 × 48 तो कितना आ गया जी 50/3, कितना आ गया जी 50/3 बटा कितना करांगे जी 100, 50 दूना 100 कितना आ गया जी 1/6, कितना आ गया 1/6 ना कि 2/3, क्लीयर है जी। तो 16 से ही 2/3% का मतलब कितना आ गया जी 1/6 आ गया, ठीक है दोस्तों। तो यदा मतलब राहुल की जी इनकम की करी है जी डिक्रीज़ की, सॉरी प्रिंस की इनकम की है जी डिक्रीज़ की है, तो राहुल की पहला कितनी सी जी 6 डिक्रीज़ की है, 6 - 1 कितना हो गया 5 हो गया, कितना हो गया दोस्तों 5 हो गया, ठीक है जी। तो राहुल की इनकम कितनी है 6 है, तो प्रिंस की कितनी होगी जी 5 होगी, ठीक है जी। उस तो बाद की कहता है देन द इनकम ऑफ राहुल इज वट % मोर देन द प्रिंस, जिहड़ी राहुल की इनकम है प्रिंस की इनकम नालों किन्ने % ज़्यादा है, राहुल की इनकम प्रिंस नालों किन्ने % की है जी ज़्यादा है। तो हुण देखो जिहड़ा ए ते बी तुहानूं मैं 2 टाइप्स लिखवाइयां सीगियां, हुण तुसीं देखो इत्थे ए टाइप का क्वेश्चन बनया कि बी टाइप का बनया है, तो मोर की गल की है, देखो की किया जी देन द इनकम ऑफ राहुल इज वट % मोर, किन्ने % ज़्यादा है देन द प्रिंस, मतलब दिन तो बाद की आया जी प्रिंस आया है, तो दिन तो बाद जिहड़ी चीज़ होंदी है, दिन तो बाद जिहड़ी चीज़ आउंदी है वो किहदे विच आउंदी है जी बेस दे विच आउंदी है, तो दिन तो बाद की है जी प्रिंस है, दिन तो बाद की है प्रिंस है, आ देखो दिन तो बाद की आया जी प्रिंस, तो जिहड़ी दिन तो बाद जिहड़ी चीज़ होंदी है वो की होंदी है जी बेस, तो बेस दे विच की आएगी जी बटा 5 आएगा, बेस दे विच बटा की आएगा जी 5 आएगा। बटे वाली रकम देखो ये अच्छे लेवल के क्वेश्चन है जिहड़ी कि पंजाब पटवारी दे विच भी तुहानूं देखण नूं मिलणगे, पंजाब पुलिस दे विच भी देखण नूं मिलणगे, आर्मी दे विच भी देखण नूं मिलणगे दी अच्छे लेवल के क्वेश्चन होंदे ने, ठीक है। इहदे विच देखो मिसटेक कित्थे हुंदी है हमेशा बटे वाली रकम दे विच हुंदा भी बटियां च की लेना है,
एक तो बटियां च की लेना है तो उपरले पासे की है आपां भी डिफरेंस लेना है या एज इट इज़ वैल्यू लेनी है। तो तुहानूं मैं पहले लैक्चर दे विच दस्सिया सीगा जे मोर या लैस की गल करेगा तो हमेशा दोनों का की लेना जी डिफरेंस लेना है, दोनों का की लेना जी डिफरेंस लेना है। तो 6 और 5 का जो डिफरेंस आएगा वो कितना आएगा जी 1 आएगा, कितना आएगा जी 1 आएगा। तो इंटू की करना होंगे जी 100 करना होंगे, इंटू की करना होंगे 100। क्लीयर है जी। तो इंटू 100 करने की लोड़ ही नहीं सी। 1/5 वैसे देखा जाए तो कितना होगा जी 20% हो गया, बट इंटू 100 भी कर लोगे तो भी कितना आएगा जी 20% आएगा। क्लीयर जी। ਇਹਦਾ मतलब राहुल की इनकम जी हैगी है प्रिंस नालों कितनी ज़्यादा होगी जी 20% होगी। तो 20% किहड़ी ऑप्शन दे रखी है जी, ऑप्शन दे रखी है जी ए। 20% किहड़ी ऑप्शन दे रखी है जी ए दे रखी है। कुछ स्टूडेंट्स को हो सकता है आ जिहड़ा क्वेश्चन है समझ ना आया होवे तो वो स्टूडेंट मेरी पहली जिहड़ी वीडियो है वो जरूर देखे भी बेस दे विच की आएगा तो उपर की आएगा, बेस की हुंदा है तो उपर वाला डिफरेंस है जिहड़ा वो की हुंदा है। ठीक है जी। उस तो बाद देखो जी थर्ड क्वेश्चन, द वेट ऑफ सोनू इज 76 सही 2/7 kg। ठीक है जी। सोनू का जिहड़ा कहंदा वेट है वो 76 सही 2/7 किलोग्राम है। ठीक है जी। कितना है जी 76 सही 2/7 किलोग्राम है। ठीक है। उस तो बाद की कहना एंड द वेट ऑफ राजा इज 28 सही 2/7% लैस दैन द वेट ऑफ सोनू। कहना जिहड़ा राजा का वेट है सोनू दे वेट नालों, सोनू दे वेट नालों की है जी कितना घट है 28 सही 2/7%, 28 सही 2/7%, 28 सही 2/7%, 28 सही 2/7% की है जी लैस है कि मोर है, लैस है। ठीक है जी। दैन द वेट ऑफ सोनू, सोनू दे वेट नालों, इधर सोनू का वेट आ गया तो इधर वेट की आ गया जी राजा का वेट आ गया। कहता सोनू के वेट नालों राजा का जिहड़ा वेट है वो 28 सही 2/7% की है जी लैस है, घट है। ठीक है जी। तो हुण 28 सही 2/7 की जिहड़ी फ्रैक्शन वैल्यू है वो की होगी 28 सही 2/7% की जिहड़ी फ्रैक्शन वैल्यू है वो की होगी। तो की होगी जी मैनू तो हुण डायरैक्ट याद है कितनी कितनी हो जाएगी जी 4/7, कितनी हो जाएगी जी 4/7। ठीक है जी। फिर भी चेक कर लेने कई बार मेरी भी मिस्टेक ना हो भी 4/7 ही हुई होगी या कुछ हो रहेगी। ठीक है जी। चलो चेक कर लेने 28 सही 2/7। देखो 1/7 की वैल्यू कितनी होंगी है जी 14 सही 2/7, 14 सही 2/7% होंगी है। तो 2/7 इत्थे 14 की थां की है जी 28, मतलब 2 नाल की होया जी गुणा। तो इत्थे मिस्टेक है जी, इत्थे सही कर लो, करैक्शन कर लो। 28 सही 2/7 नहीं आएगी, 28 सही 4/7 करो इनू, 28 सही 4/7 करो। ठीक है जी। करैक्शन कर लो, करैक्शन PDF ਦੇ ਵਿੱਚ भी मिस्टेक है, PDF ਦੇ ਵਿੱਚ भी इनू करैक्शन कर लियो 28 सही 4/7 आएगी ना कि 2/7 आएगी। ठीक है जी। तो 1/7 की वैल्यू कितनी होंगी जी 14 सही 2/7%। तो 14 का दुगना कितना आ गया जी 28, 2 दूनी कितना आएगा जी 4/7, तो कितना आ जाएगा 2/7। तो इत्थे 4/7 नहीं बनेगा, कितना बनेगा जी 2/7। मिस्टेक है। 28 सही 4/7 की वैल्यू कितनी आएगी जी 2/7। करैक्शन फिर भी आप चेक कर लेने देखो 28 सही 4/7, 8 7 कितना आ गया जी 56, कितना आ गया जी 5, 7 8 56, 6 हासिल कितने आ गए 5, 7 दूनी 14, 14 के 5 कितना आ गया जी 19, प्लस कितना है जी 4 बटा कितना आ गया जी 7, 196 प्लस 4 कितना आ गया जी 200 बटा कितना आ गया जी 7, कितना आ गया जी बटा 7 गुणा कितना आ गया जी 100, 2 0 नाल 2 0 कैंसल, कितना आ गया जी 2/7 आ गया दोस्तों, कितना आ गया जी 2/7। क्लीयर है जी। तो 28 सही 4/7 की वैल्यू कितनी आएगी जी 2/7 आएगी। करैक्शन कर लो, PDF ਦੇ ਵਿੱਚ मिस्टेक है। ठीक है जी। तो आंसर कितना आ गया जी ਇਹਦਾ सॉरी फ्रैक्शन ਦੇ ਵਿੱਚ वैल्यू कितनी आ गई जी 2/7 आ गई। ठीक है दोस्तों। ਹੁਣ देखो सोनू का ਜਿਹੜਾ वेट ਸੀਗਾ ਉਹ ਕਿੰਨਾ ਸੀਗਾ ਜੀ 7 kg। ਹੁਣ डिक्रीज़ किया है तो माइनस लगा दो, राजा का वेट कितना आ गया जी 7 - 2 कितना रह गया जी 5 kg, सॉरी 5 यूनिट रह गया। ठीक है जी। हुण इत्थे एक चीज़ याद रखियो, जे आंसर परसेंटेज तो परसेंटेज दे विच पुछा है, देखो देन द वेट ऑफ सोनू इज वट % मोर देन द राजा। कहना वेट ऑफ सोनू इज वट % मोर देन राजा।
सोनू का जिहड़ा वेट है राजा दे नालों किन्ने परसेंट की है जी ज़्यादा है, किन्ने परसेंट ज़्यादा देन राजा, राजा दे नालों कितना परसेंट ज़्यादा है, तो देन राजा आ गया, कंपेरिजन देन तो बाद की आ गया राजा, देन तो बाद की आ गया जी राजा, तो बेस दे विच की आएगा जी राजा, तो बेस दे विच की आएगा राजा, बटा की आएगा जी 5 आएगा, बटा की आएगा जी 5 आएगा, तो बटा आएगा जी 5, तो क्वेश्चन तो हो गया रॉन्ग, क्वेश्चन की हो गया जी रॉन्ग हो गया, क्वेश्चन हो गया रॉन्ग, क्वेश्चन हो गया रॉन्ग। कित्थे मिस्टेक हो रही है, स्टेटमेंट दे विच मिस्टेक है किते ना किते, स्टेटमेंट दे विच मिस्टेक है दोस्तों। PDF चेक कर लेना मैं, क्वेश्चन है PDF दा 8th क्वेश्चन 28 सही 4/7 1/5 2/7 एक मिनट सही है आई थिंक, कितना बन गया जी हाँ 2/5 बन गया, कितना बन गया जी 2/5, गलत नहीं है सही आ रहा है। मोर देन की गल की है ना, देन द वेट ऑफ सोनू, देन द वेट ऑफ सोनू इज वट परसेंट मोर, मोर की गल की है तो दोनों का की आएगा जी डिफरेंस आएगा, 7 ते 5 का डिफरेंस कितना आ गया जी 2/5 होगा, 2/5 का मतलब कितना आ गया जी 40%, ऑप्शन केड़ी पई है जी ओ, ए ऑप्शन पई है सही है, बस वो 4/7 कर लेना जरूर, 2/7 की बजाय कितना करना जी 4/7, देखो परसेंटेज के बनाना गुणा कितना करांगे जी 100 करांगे, गुणा कितना करांगे दोस्तों 100, तो 20 5 100 कट्टिया गया जी, 20 दुना कितना आ गया जी 40, कितना आ गया दोस्तों 40%, तो रोंग नहीं है सही है, बस कला PDF के विच वो करैक्शन जरूर करनी है, क्योंकि PDF जी दे रखी है, PDF के 28 सही 4/7 ठीक है ना, PDF के सही है, मैं ही मिस्टेक लिखी हुई सी कि 28 सही 2/7, मैं ही मिस्टेक लिखी है, PDF के भी सही दे रखे 28 सही 4/7 सीगा, ठीक है जी। तो आ जो अपना क्वेश्चन केड़ा सीगा जी PDF का 8th क्वेश्चन सीगा, PDF का केड़ा क्वेश्चन है जी 8th क्वेश्चन है, चलो 1-2 क्वेश्चन होर ले लेंगे हाँ ठीक है जी, फिर अज आप लैक्चर की समाप्ति करांगे, 1 या 2 क्वेश्चन होर देख लें, चलो दोस्तों। हाँ जी देखते हैं दोस्तों नेक्स्ट क्वेश्चन की कहता है, इफ द प्राइस ऑफ द पेट्रोल, क्वेश्चन नंबर है 10th PDF का 10वां क्वेश्चन है, इफ द प्राइस ऑफ द पेट्रोल, इफ द प्राइस ऑफ द पेट्रोल इंक्रीज्ड बाय 22 सही 2/9%, then the what percent the consumption of the petrol reduced by a man so that there is no extra expenditures on it, clear है जी। देखो एक अच्छा कंसैप्ट क्वेश्चन है, इस क्वेश्चन के की कंसैप्ट आता है भी जे किसी चीज़ का प्राइस इनक्रीज करेगा, जे प्राइस इनक्रीज करता है तो कंजप्शन की होएगी है जी रिड्यूस होएगी, हमेशा एक दूजे के की होंगे जी उल्ट होंगे है, प्राइस और कंजप्शन की होंगे जी एक दूजे के उल्ट होंगे, जे प्राइस इनक्रीज करेगा, जे प्राइस इनक्रीज करेगा तो कंजप्शन की होएगी जी, कंजप्शन की होएगी जी डिक्रीज होएगी, कंजप्शन की होएगी जी डिक्रीज होएगी घटेगी, ठीक है। तो हुण क्वेश्चन दे विच की कहता है, कहता किसी चीज़ का नहीं प्राइस, पेट्रोल का प्राइस, इत्थे प्राइस की पेट्रोल की जगह तुहाडे शुगर भी लिखा आ सकता है, कहता पेट्रोल का जो प्राइस है 22 सही 2/9% की हो गया जी इंक्रीज हो गया, पेट्रोल का प्राइस 22 सही 2/9%, 2/9%, 22 सही 2/9% का मतलब कितना आ गया जी 2/9 आ गया, कितना आ गया दोस्तों 2/9। हुण मैं शॉर्टकट दसूँगा भी अपने आप तुसीं देखियो भी 22 सही 2/9% का मतलब 2/9 किवें आया है, फ्रैक्शन दे विच तुसीं देख लियो, ठीक है जी। ਇਹਦਾ मतलब रिड्यूस किया है कि इनक्रीज किया है, इनक्रीज किया है, इनक्रीज किया है, तो 9 सीगा 9 तो कितना हो गया जी प्राइस 11, आ की गल हुई है जी प्राइस की गल हुई है दोस्तों प्राइस, भी जो प्राइस सीगा प्राइस कितना हो गया जी 9 सीगा, 9 तो कितना हो गया जी 11 यूनिट हो गया, 9 तो कितना हो गया जी 11 यूनिट, तो तुहानूं दस्सिया भी प्राइस जे इनक्रीज करेगा कंजप्शन की करेगी जी डिक्रीज करेगी, कंजप्शन की करेगी डिक्रीज करेगी, तो कंजप्शन की होंदी है उल्ट, कंजप्शन पहला कितनी सी 11 तो कितनी हो जाएगी जी 9 हो जाएगी, कंजप्शन कितनी हो जाएगी 11 तो 9, जे प्राइस 9 तो 11 होया है तो कंजप्शन 11 तो कितनी हो जाएगी जी 9 हो जाएगी, हमेशा इस तरह करना है, ठीक है जी। हुण देखो की कहता क्वेश्चन, कहता देन बाई वट परसेंट कंजप्शन ऑफ द पेट्रोल रिड्यूस्ड बाई ए मैन सो दैट देर इज नो एक्सट्रा एक्सपेंडिचर्स,
खर्चा ज़्यादा नहीं करना है, जिन्ना खर्चा पहला करता सीगा उन्ना ही करना है। तो यदा मतलब कंजप्शन घटा दो, तो कंजप्शन कितनी घटानी पेगी, कंजप्शन कितनी रिड्यूस करनी पेगी। पहला कंजप्शन जो 11 करता सीगा हुण कितनी करनी पेगी, इनू भी गेड़ी छेड़ी घट मारनी पेगी। ठीक है, पहला 11 लीटर या 11 यूनिट पेट्रोल मचदा सीगा, तो हुण कितनी यूनिट मचाउणा जी, 9 यूनिट। देखो क्वेश्चन की कहता है भी पहला जिहड़ा पेट्रोल का प्राइस सीगा 9 रुपये यूनिट सीगा, प्राइस इंक्रीज कर गया 22/9%, तो कितना हो गया जी 9 तो कितना हो गया 11। जे पेट्रोल का प्राइस इंक्रीज कर गया तो नैचुरली गल है क्वांटिटी घट आएगी, तो कंजप्शन की करनी पेगी, घट करनी पेगी, क्योंकि घरदिਆਂ ने पैसे फिक्स ही देने ने भी इस तो वध पैसे नहीं देना। ठीक है, तो कंजप्शन की हो जाएगी 11 तो 9 हो जाएगी, कंजप्शन की हो जाएगी 11 तो 9। तो कहता कितनी कंजप्शन घटानी पेगी, तो कितनी घटानी पेगी जी 2, कितनी घटानी पेगी 2, किस तो घटानी पेगी 11 तो, किस तो घटानी पेगी 11 यूनिट तो। ठीक है जी, तो यदा मतलब कितना आ गया जी 2/11, 2/11। पहली गल तो 11 ऑप्शन किहड़ी दे विच है जी, बटा 11 एको ही ऑप्शन है, तो वो ऑप्शन किहड़ी पई है जी बी, ऑप्शन किहड़ी पई है बी, तो बी ही मेरे को की आ जाएगी जी आंसर आ जाएगा। होर कुछ चैक करने की लोड़ नहीं है। फिर भी जो तसल्ली करनी है, फिर भी जो तसल्ली करनी है, तब गुणा की लगा दोगे, इत्थे 100 लगा दोगे, तो 200 बटा कितना आ जाएगा जी 11 आ जाएगा। तो 11 कितना बच गया जी 9, 11 8 कितना आ गया 88, कितना बच गया जी 2। तो 18 सही 2 बटे कितना आ गया जी 11%, 18 सही 2 बटे 11% किहड़ी ऑप्शन पई है दोस्तों बी। बट कदे भी नहीं करना हुंदा, क्वेश्चन नूं इत्थे छड्डो, इत्थे ही क्वेश्चन नूं छड्डना। 2/11 या तो डायरैक्ट याद रखो 18 सही 2/11% हुंदी है, जां बटे 11 चारे ऑप्शनों के देख लो, बटे 11 किहड़ी ऑप्शन के विच है जी, ना आ पॉसीबल है, ना आ पॉसीबल है, ना आ पॉसीबल है। ऑप्शन किहड़ी ऑप्शन है जी, ओनली ऑप्शन बी पॉसीबल है। तो उस तो बाद आपां नैक्सट क्वेश्चन करते हैं जी, क्वेश्चन नंबर 11, क्वेश्चन नंबर किहड़ा जी, सॉरी 14 क्वेश्चन है। 14 नंबर क्वेश्चन की कहता है द चार्जेस पर आवर ऑफ द इंटरनेट सफरिंग इज इंक्रीज्ड बाई 20%, देन द फाइंड द परसेंटेज डिक्रीज इन द टाइम पीरियड ऑफ द सफरिंग ऑफ ए यूज इफ ही कैन अफोर्ड ओनली 10% मोर एक्सपेंसिस। पहला तो की सीगा ਜਿਹੜਾ पिछला क्वेश्चन किया ਆਪਾਂ ਜਿਹਦੇ ਵਿੱਚ ਪੈਟਰੋਲ ਦਾ ਪ੍ਰਾਈਸ ਕੀ ਕੀਤਾ ਸੀਗਾ ਇਨਕਰੀਜ਼, ਉੱਥੇ ਮੋਰ ਐਕਸਪੈਂਸਿਸ ਨਹੀਂ ਸੀਗਾ, ਇਤਕੇ क्वेश्चन ਨੂੰ ਥੋੜਾ ਜਿਹਾ ਚੇਂਜ ਕਰਤਾ, ਐਕਸਪੈਂਸਿਸ ਹੈ ਜਿਹੜਾ ਉਹ ਇਨਕਰੀਜ਼ ਕਰ ਸਕਦਾ ਹੈ। ठीक है जी, पैसे थोड़े ਜਿਹੇ ਵਧਾ ਸਕਦਾ ਹੈ, ਕਿੰਨਾ ਜੀ 10%, ਕਿੰਨੇ ਵਧਾ ਸਕਦਾ ਹੈ 10% ਵਧਾ ਸਕਦਾ ਹੈ। ਤਾਂ ਦੇਖੋ ਕੀ ਕਹਿੰਦਾ ਹੈ द चार्जेस ऑफ पर आवर ऑफ इंटरनेट सफरिंग इज इंक्रीज बाई 20%, मतलब की है ਜਿਹੜਾ डाटा ਸੀਗਾ ਉਹ ਮਹਿੰਗਾ ਹੋ ਗਿਆ। ਪਹਿਲਾਂ डाटा ਕਿੰਨੇ ਦਾ ਆਉਂਦਾ ਸੀਗਾ ਜੀ 100 ਦਾ, ਹੁਣ 20% ਕੀ ਹੋ ਗਿਆ ਜੀ ਇਨਕਰੀਜ਼ ਕੀਤਾ ਹੈ, ਤਾਂ ਹੁਣ डाटा ਕਿੰਨੇ ਦਾ ਆਏਗਾ ਜੀ 120 ਦਾ। ਉਹੀ डाटा ਕਿੰਨੇ ਦਾ ਆ ਰਿਹਾ 120 ਦਾ। ਠੀਕ ਹੈ ਜੀ, ਪਹਿਲਾਂ डाटा ਆਉਂਦਾ ਸੀਗਾ 100 ਦਾ, ਹੁਣ डाटा ਕਿੰਨਾ ਆ ਰਿਹਾ ਜੀ 120 ਦਾ। ਘਰਦਿਆਂ ਨੇ ਕਿੰਨਾ ਕਹਿ ਰਿਹਾ 20% इंक्रीज़ है। तो पहला डाटा जो 100 का आउंदा सीगा, तो हुण कितना हो गया जी 120 का। ठीक है जी, हुण देखो इत्थे फ्रैक्शन दे विच कन्वर्ट करने की लोड़ नहीं सीगी, क्योंकि 20% दे रखिया सीगा। जे 20 सही 2 पॉइंट समथिंग दिता हुंदा, मतलब फ्रैक्शन दे विच दिता हुंदा, तो आपां नूं फ्रैक्शन च कन्वर्ट करना पैंदा। ठीक है जी, हुण की कहता है द पीरियड ऑफ द सफरिंग ऑफ द वे यूज द कैन अफोर्ड ओनली 10% मोर एक्सपेंसिस। पहला जिन्ना खर्च कर सकता सीगा उस तो की है जी 10% ज़्यादा कर सकता है। तो पहला 100 रुपये का डाटा होंदा सीगा, तो 100 रुपये खर्च करता सीगा, हुण 20% की हो गया जी इनक्रीज़ हो गया। तो हुण जिहड़ा डाटा है 100 वाला डाटा कितना हो गया जी 120 का हो गया। बट जिहड़ा 100 रुपये खर्च करता सीगा हुण 10% इनक्रीज़ हो गया, तो मतलब हुण खर्चा कितना कर सकता जी 110 रुपये। घरदिਆਂ ने कहा भी कोई गल नहीं 100 की बजाय असीं तुहानूं कितना दे देंगे 110 रुपये। ठीक है जी, हुण कहंदा भी कितना परसेंट रिड्यूस करना पएगा। तो देखो डाटा है किन्ने का 120 का, बट वो खर्च कितना कर सकता 110 रुपये का, तो कितना रिड्यूस करना पएगा, कितना रिड्यूस करना पएगा 10 रुपये रिड्यूस करना पएगा। किस तो 120 का, किस तो करना पएगा 120 तो करना पएगा। तो जां तो इनू डायरैक्ट 0 नाल 0 कट दो, 1 बटा कितना आ गया जी 12, 1 बटा कितना आ गया जी 12 आ गया। तो 1/12 की वैल्यू जी आप कल भी क्वेश्चन ये किया सीगा 8 सही 1/3% की वैल्यू है। 8 सही 1/3% कह लो या 8.33% कह लो, कि ऑप्शन है जी 8 सही 1/3% या 8.33%। तो ऑप्शन कि पई है दोस्तों सी पई है। ठीक है जी, दोबारा वीडियो ने रिवाइज करके आ क्वेश्चन जरूर देखना है। इस तो बाद वाला मोस्ट इंपॉर्टेंट क्वेश्चन है, मोस्ट इंपॉर्टेंट क्वेश्चन है। ठीक है जी, 2 तरीकों क्वेश्चन मैं दसांगा भी किहड़े-किहड़े तरीके नाल करदा। आही क्वेश्चन आपां
ਜਿਹੜਾ ਲਾਸਟ ਕੁਐਸਚਨ ਹੈ, ਆਹੀ ਕੁਐਸਚਨ ਤਾਂ ਆਪਾਂ ਮੈਂਸੂਰੇਸ਼ਨ ਦੇ ਵਿੱਚ ਕਰਦੇ ਹਾਂ ਤੇ ਆਹੀ ਕੁਐਸਚਨ ਆਪਾਂ ਪ੍ਰੋਫਿਟ ਐਂਡ ਲਾਸ ਦੇ ਵਿੱਚ ਵੀ ਕਰਾਂਗੇ। ਤਾਂ ਇਸ ਟਾਈਪ ਨੂੰ ਧਿਆਨ ਨਾਲ ਦੇਖਣਾ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ, ਠੀਕ ਹੈ ਜੀ। ਹੁਣ ਲਾਸਟ ਕੁਐਸਚਨ ਕੀ ਕਹਿੰਦਾ ਹੈ ਤੇ PDF ਦਾ ਕੁਐਸਚਨ ਹੈ ਜੀ 16 ਨੰਬਰ ਕੁਐਸਚਨ ਹੈ। ਕੁਐਸਚਨ ਕੀ ਕਹਿੰਦਾ ਹੈ, ਦ ਇੰਡੀਅਨ ਰੇਲਵੇ ਡਿਸਾਈਡਡ ਟੂ ਇਨਕਰੀਜ਼ ਇਟਸ ਫੇਅਰ। ਭਾਰਤੀ ਰੇਲਵੇ ਨੇ ਕਿਰਾਇਆ ਵਧਾਉਣ ਦੀ ਕੋਸ਼ਿਸ਼ ਕੀਤੀ ਵੀ ਹਰੇਕ ਚੀਜ਼ ਵਧਣ ਦੀ ਗੱਲ ਹੀ ਹੋ ਰਹੀ ਹੈ, ਪੈਟਰੋਲ ਵਧਾਤਾ, ਉਹ ਵਧਾਤਾ, ਠੀਕ ਹੈ ਜੀ, ਸਾਰਾ ਕੁਝ ਵਧ ਰਿਹਾ ਹੈ। ਤਾਂ ਰੇਲਵੇ ਨੇ ਵੀ ਆਪਦਾ ਕਿਰਾਇਆ ਵਧਾਤਾ। ਕਹਿੰਦਾ ਕਿੰਨਾ ਵਧਾਉਣ ਦੀ ਕੋਸ਼ਿਸ਼ ਕੀਤੀ, ਬਾਈ 14% ਬਿਫੋਰ ਬਜਟ। ਬਜਟ ਤੋਂ ਪਹਿਲਾਂ ਕਿੰਨਾ ਇਨਕਰੀਜ਼ ਕੀਤਾ ਵੀ 14% ਇਨਕਰੀਜ਼ ਕਰਨ ਦੀ ਗੱਲ ਕਰ ਲਈ, ਡਿਸਾਈਡ ਕਰ ਲਿਆ ਵੀ 14% ਇਨਕਰੀਜ਼ ਕਰਾਂਗੇ। ਐਂਡ ਦਾ 10% ਆਲਸੋ ਇਨਕਰੀਜ਼ਡ ਇਨ ਦਾ ਬਜਟ। ਤੇ 10% ਕਿਹਦੇ ਵਿੱਚ ਇਨਕਰੀਜ਼ ਕਰ ਦਾਂਗੇ, ਬਜਟ ਦੇ ਵਿੱਚ ਇਨਕਰ ਕਰਾਂ। ਤਾਂ ਵਟ ਇਜ਼ ਦਾ ਨੈਟ ਇਨਕਰੀਜ਼ ਇਨ ਪਰਸੈਂਟੇਜ ਇਨ ਦਾ ਫੇਅਰ। ਤਾਂ ਕਿਰਾਏ ਦੇ ਵਿੱਚ ਕੁੱਲ ਕਿੰਨੀ ਵ੍ਰਿੱਧੀ ਹੋ ਗਈ, ਠੀਕ ਹੈ ਜੀ। ਹੁਣ ਦੇਖੋ ਆਹ ਟਾਈਪ ਕਿਹੜੀ ਹੈ, ਇਸ ਟਾਈਪ ਦੇ ਜਿਹੜੇ ਕੁਐਸਚਨ ਹੈ ਆਪਾਂ ਕਰਾਂਗੇ। ਜੇ ਸਪੋਜ਼ ਕਰੋ ਆ ਕੋਈ ਰੈਕਟੈਂਗਲ ਹੈ, ਆ ਕੋਈ ਕੀ ਹੈ ਜੀ, ਰੈਕਟੈਂਗਲ ਹੈ, ਕੋਈ ਆਇਤ ਹੈ, ਇਹਦੀ ਜਿਹੜੀ ਲੈਂਥ ਹੈ ਉਹ x ਹੈ ਤੇ ਬਿਰਥ ਕਿੰਨੀ ਹੈ ਜੀ, y ਹੈ। ਲੰਬਾਈ x ਸੈਂਟੀਮੀਟਰ ਹੈ ਤੇ y ਕਿੰਨੀ ਹੈ ਜੀ, ਬਿਰਥ ਕਿੰਨੀ ਹੈ ਜੀ, y ਸੈਂਟੀਮੀਟਰ ਹੈ, ਠੀਕ ਹੈ ਜੀ। ਜਾਂ ਲੈਂਥ ਮੰਨ ਲਿਆ ਜੀ ਆਪਾਂ l, ਕੋਈ ਰੈਕਟੈਂਗਲ ਹੈ, ਉਹਦੀ ਲੈਂਥ ਹੈ ਤੇ ਕੀ ਹੈ ਜੀ, ਬਿਰਥ ਹੈ, ਉਹਦੀ ਕੋਈ ਲੈਂਥ ਹੈ ਤੇ ਬਿਰਥ ਹੈ। ਉਹ ਕਹਿ ਦੇਗਾ, ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋਸਤੋ, ਕਹਿ ਦੇਗਾ ਵੀ ਜਿਹੜੀ ਲੈਂਥ ਹੈ ਉਹ x% ਕੀ ਹੈ, ਇਨਕਰੀਜ਼ ਕਰਤੀ। ਲੈਂਥ ਨੂੰ ਤਾਂ ਕੀ ਹੈ ਜੀ, x% ਕੀ ਕਰਤਾ, ਇਨਕਰੀਜ਼ ਕਰਤਾ। ਵਿਡਥ ਨੂੰ ਕੀ ਕਰਤਾ, y% ਕੀ ਕਰਤਾ ਜੀ, ਇਨਕਰੀਜ਼ ਕਰਤਾ। ਲੰਬਾਈ ਨੂੰ x% ਵਧਾਤਾ ਤੇ ਚੌੜਾਈ ਨੂੰ ਕਿੰਨੇ % ਵਧਾਤਾ, y% ਵਧਾਤਾ। ਤੇ ਕਹਿ ਦੇਗਾ ਵੀ ਏਰੀਆ ਦੇ ਵਿੱਚ ਕਿੰਨੀ ਵ੍ਰਿੱਧੀ ਹੋ ਗਈ, ਏਰੀਆ ਦੇ ਵਿੱਚ ਕਿੰਨਾ % ਇਨਕਰੀਜ਼ ਹੋ ਗਿਆ। ਉਹ ਲੰਬਾਈ ਦੇ ਵਿੱਚ ਹੋ ਸਕਦਾ ਇੱਥੇ 100% ਹੋਵੇ, ਆਹ ਕਿੰਨੇ 100 ਸੈਂਟੀਮੀਟਰ ਹੋਵੇ, ਆਹ ਕਿੰਨਾ ਜੀ 50 ਸੈਂਟੀਮੀਟਰ ਹੋਵੇ। ਇੱਥੇ ਉਹ ਕਹਿ ਦੇਗਾ ਜਿਹੜੀ ਲੰਬਾਈ ਹੈ ਉਹ 5 ਸੈਂਟੀਮੀਟਰ ਵੱਧ ਗਈ, 5% ਵੱਧ ਗਈ ਤੇ ਚੌੜਾਈ 10% ਵੱਧ ਗਈ। ਕੁਝ ਵੀ ਕਹਿ ਸਕਦਾ ਕੁਐਸਚਨ ਨੂੰ, ਠੀਕ ਹੈ। ਮੈਂ x ਅਤੇ y ਤੋਂ ਮੰਨ ਕੇ ਚੱਲਦਾ, ਉਸ ਤੋਂ ਬਾਅਦ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ, ਠੀਕ ਹੈ ਜੀ। ਤਾਂ ਕੋਈ ਆਇਤ ਹੈ, ਉਹਦੀ ਜੇ ਲੰਬਾਈ x% ਵੱਧ ਜੇ ਤੇ ਚੌੜਾਈ y% ਵੱਧ ਜੇ ਤਾਂ ਏਰੀਆ ਦੇ ਵਿੱਚ ਕਿੰਨਾ ਐਰਰ ਆਏਗਾ, ਏਰੀਆ ਦੇ ਵਿੱਚ ਕਿੰਨੀ ਚੇਂਜ ਆਏਗੀ, ਕਿੰਨਾ % ਏਰੀਆ ਜਿਹੜਾ ਇਨਕਰੀਜ਼ ਕਰੇਗਾ ਜਾਂ ਡਿਕਰੀਜ਼ ਕਰੇਗਾ। ਪਹਿਲੀ ਗੱਲ ਤਾਂ ਦੋਨੇ ਚੀਜ਼ਾਂ ਇਨਕਰੀਜ਼ ਕੀਤੀਆਂ ਤਾਂ ਏਰੀਆ ਇਨਕਰੀਜ਼ ਹੋਏਗਾ। ਤਾਂ ਸਭ ਤੋਂ ਪਹਿਲਾਂ ਤਾਂ ਇਹਦਾ ਬੇਸਿਕ ਦੇਖੋ, ਜੇ x% ਇਨਕਰੀਜ਼ ਹੋਇਆ ਹੈ ਤਾਂ ਪਲੱਸ ਦੇ ਵਿੱਚ, y% ਵੀ ਇਨਕਰੀਜ਼ ਹੋਇਆ ਤਾਂ y% ਵੀ ਕੀ ਲਵਾਂਗੇ ਜੀ, ਪਲੱਸ ਦੇ ਵਿੱਚ। ਪਲੱਸ ਕੀ ਆਵਾਂਗੇ ਜੀ, ਇੱਥੇ x/y ਇੰਟੂ ਕੀ ਆ ਜਾਏਗਾ ਜੀ, x/y ਕੀ ਆਏਗਾ ਜੀ, 100। ਆਹ ਬੇਸਿਕ ਫਾਰਮੂਲਾ ਹੁੰਦਾ ਹੈ ਜਦੋਂ ਦੋਨੇ ਚੀਜ਼ਾਂ ਕੀ ਹੁੰਦੀਆਂ ਨੇ, ਇਨਕਰੀਜ਼। ਹੁਣ ਸਪੋਜ਼ ਕਰੋ ਲੈਂਥ ਕੀ ਕਰੇਗੀ ਜੀ, ਡਿਕਰੀਜ਼ ਕਰੇਗੀ। ਇੱਕ ਚੀਜ਼ ਆਪਾਂ ਕੀ ਕਰ ਲੈਂਦੇ, ਡਿਕਰੀਜ਼ ਕਰ ਲੈਂਦੇ ਹਾਂ। ਸਪੋਜ਼ ਕਰੋ ਲੈਂਥ x% ਕੀ ਕਰ ਰਹੀ ਹੈ, ਡਿਕਰੀਜ਼ ਕਰ ਰਹੀ ਹੈ। ਤਾਂ ਹੁਣ ਜਿਹੜਾ x ਪਲੱਸ ਦਾ ਸੀਗਾ ਉਹ x ਕੀ ਆਏਗਾ ਜੀ, ਮਾਈਨਸ ਦਾ ਆਏਗਾ, ਠੀਕ ਹੈ ਜੀ। ਪਲੱਸ ਕਿੰਨਾ ਆ ਗਿਆ ਜੀ, y% ਆ ਗਿਆ। ਹੁਣ ਦੋਨੇ ਕੀ ਹੈ, ਇੱਕ ਪਲੱਸ ਦਾ ਤੇ ਇੱਕ ਮਾਈਨਸ ਦਾ, ਤਾਂ ਇੱਥੇ ਵੀ ਕੀ ਆ ਜਾਏਗਾ ਜੀ, ਮਾਈਨਸ ਦਾ ਆ ਜਾਏਗਾ, ਗੁਣਾ xy/ ਕਿੰਨਾ ਆ ਜਾਏਗਾ ਜੀ, 100 ਆ ਜਾਏਗਾ। ਹੁਣ ਸਪੋਜ਼ ਕਰੋ x ਤਾਂ ਆਪਾਂ ਪਲੱਸ ਦਾ ਲੈ ਲੈਂਦੇ ਹਾਂ, y ਕੀ ਲੈ ਲੈਂਦੇ ਜੀ, ਮਾਈਨਸ ਦਾ। x ਤਾਂ ਇਨਕਰੀਜ਼ ਕਰ ਰਿਹਾ, ਮਤਲਬ ਲੈਂਥ ਇਨਕਰੀਜ਼ ਕਰ ਰਹੀ ਹੈ ਤੇ ਵਿਡਥ ਕੀ ਕਰ ਰਹੀ ਹੈ ਜੀ, ਡਿਕਰੀਜ਼ ਕਰ ਰਹੀ ਹੈ। ਫਿਰ ਆਪਾਂ x ਪਲੱਸ ਦਾ ਲਵਾਂਗੇ, y ਕੀ ਲਵਾਂਗੇ ਜੀ, ਮਾਈਨਸ ਦਾ ਲਵਾਂਗੇ। ਤਾਂ ਦੋਨਾਂ ਦੇ ਵਿਚਕਾਰ ਕੀ ਲਵਾਂਗੇ ਜੀ, ਮਾਈਨਸ ਹੀ ਲਵਾਂਗੇ, ਕਿਉਂਕਿ ਇਤਕੀ ਮਾਈਨਸ ਦਾ y ਹੋ ਗਿਆ, ਅਪੋਨ ਕੀ ਆਏਗਾ ਜੀ, 100। ਆਹ ਥਰਡ ਟਾਈਪ ਹੋ ਗਈ। ਹੁਣ ਸਪੋਜ਼ ਕਰੋ ਤਿੰਨੇ ਹੀ ਕੀ ਦੋਨੇ ਹੀ ਕੀ ਕਰਦੀਆਂ ਨੇ, ਡਿਕਰੀਜ਼। x ਵੀ ਡਿਕਰੀਜ਼ ਕਰਦਾ ਤੇ y ਵੀ ਕੀ ਕਰਦਾ ਜੀ, ਡਿਕਰੀਜ਼। ਮਤਲਬ ਲੈਂਥ ਵੀ ਡਿਕਰੀਜ਼ ਕਰੇਗੀ ਤੇ ਬਿਰਥ ਵੀ ਕੀ ਕਰੇਗੀ ਜੀ, ਡਿਕਰੀਜ਼ ਕਰੇਗੀ। ਤਾਂ ਆ ਵੀ ਮਾਈਨਸ ਦਾ, ਠੀਕ ਹੈ ਜੀ, ਤੇ y ਵੀ ਕੀ ਆਏਗਾ ਜੀ, ਮਾਈਨਸ ਦਾ। ਤੇ ਦੋਨੇ ਮਾਈਨਸ ਦੇ ਜੇ ਹੋਣਗੇ, ਮਾਈਨਸ ਮਾਈਨਸ ਕੀ ਹੋ ਜਾਏਗਾ ਜੀ, ਪਲੱਸ ਹੋ ਜਾਏਗਾ। ਅਪੋਨ ਕਿੰਨਾ ਆ ਜਾਏਗਾ ਜੀ, 100। ਤਾਂ ਆਹ 4 ਟਾਈਪਸ ਦੇ ਕੁਐਸਚਨ ਬਣਦੇ ਨੇ। ਇਹਨੂੰ ਕਹਿੰਦੇ ਜੇ ਆਪਾਂ ਸਕਸੈਸਿਵ ਇੰਕਰੀਮੈਂਟ ਜਾਂ ਸਕਸੈਸਿਵ ਡਿਕਰੀਮੈਂਟ, ਜਾਂ ਇੰਕਰੀਮੈਂਟ ਅਤੇ ਡਿਕਰੀਮੈਂਟ। ਮਤਲਬ ਕੋਈ ਲਗਾਤਾਰ ਜਿਹੜੀਆਂ ਦੋ ਚੀਜ਼ਾਂ ਨੇ, ਜਾਂ ਇਨਕਰੀਜ਼ ਕਰੇਗੀ ਜਾਂ ਡਿਕਰੀਜ਼ ਕਰੇਗੀ। ਇਹ ਵੀ ਪ੍ਰੋਫਿਟ ਐਂਡ ਲਾਸ ਦੇ ਕੁਐਸਚਨ ਕਰਾਂਗੇ ਵੀ ਕਿਸੇ ਬੰਦੇ ਦੀ ਆਮਦਨੀ ਹੈ, ਪ੍ਰੋਫਿਟ ਹੈ ਜਿਹੜਾ, ਪਹਿਲੇ ਸਾਲ ਇੰਨਾ ਇਨਕਰੀਜ਼ ਹੋਇਆ, ਦੂਜੇ ਸਾਲ ਇੰਨਾ ਡਿਕਰੀਜ਼ ਹੋ ਗਿਆ, ਤਾਂ ਦੱਸੋ ਨੈਟ ਪਰਸੈਂਟੇਜ ਪ੍ਰੋਫਿਟ ਅਤੇ ਲਾਸ ਕਿੰਨਾ ਹੈ, ਠੀਕ ਹੈ ਜੀ। ਹੁਣ ਇਸੇ ਟਾਈਪ ਨਾਲ ਕੁਐਸਚਨ ਆਪਾਂ ਆ ਕਰਾਂਗੇ, ਠੀਕ ਹੈ। ਪਹਿਲੀ ਟਾਈਪ ਤਾਂ ਆਪਾਂ ਇਸੇ ਦੇ ਵਿੱਚ ਲਗਾਵਾਂਗੇ, ਇਸੇ ਦੇ ਵਿੱਚ ਲਗਾਵਾਂਗੇ। ਕੁਐਸਚਨ ਕੀ ਕਹਿੰਦਾ ਹੈ, ਕੀ ਕਹਿੰਦਾ ਜੀ ਕੁਐਸਚਨ, ਦ ਇੰਡੀਅਨ ਰੇਲਵੇ ਡਿਸਾਈਡਡ ਟੂ ਇਨਕਰੀਜ਼ ਦਾ ਫੇਅਰ ਬਾਈ 14%। ਇੰਡੀਅਨ ਰੇਲਵੇ ਨੇ ਜਿਹੜਾ ਕਿਰਾਇਆ ਹੈ ਉਹ 14% ਵਧਾਉਣ ਦੀ ਗੱਲ ਕੀਤੀ ਹੈ। ਤਾਂ 14% ਇਨਕਰੀਜ਼ ਦੀ ਗੱਲ ਕੀਤੀ ਹੈ, ਤਾਂ ਕੀ ਲਵਾਂਗੇ ਅੱਜ ਆਪਾਂ, ਪਲੱਸ ਦਾ ਲਵਾਂਗੇ। ਉਸ ਤੋਂ ਬਾਅਦ ਕੀ ਕਹਿੰਦਾ, ਬਿਫੋਰ ਬਜਟ ਐਂਡ ਦਾ 10% ਆਲਸੋ ਇਨਕਰੀਜ਼ ਇਨ। ਉਸ ਤੋਂ ਬਾਅਦ 10% ਕੀ ਹੈ, ਬਜਟ ਦੇ ਵਿੱਚ ਇਨਕਰੀਜ਼ ਕਰਨ ਦੀ ਗੱਲ ਕੀਤੀ ਹੈ। ਤਾਂ ਇਨਕਰੀਜ਼ ਦੀ ਗੱਲ ਕੀਤੀ ਹੈ, ਤਾਂ ਆ ਵੀ ਕੀ ਲਵਾਂਗੇ ਜੀ, ਪਲੱਸ ਦੇ ਵਿੱਚ। ਪਲੱਸ x ਗੁਣਾ y ਲਵਾਂਗੇ, x ਗੁਣਾ y ਮਤਲਬ 14 ਗੁਣਾ ਕਿੰਨਾ ਆਏਗਾ ਜੀ, 10 ਬਟਾ ਕਿੰਨਾ ਆਏਗਾ ਜੀ, 100 ਆਏਗਾ, ਠੀਕ ਹੈ ਜੀ। 14% ਪਲੱਸ 10% ਕਿੰਨਾ ਹੋ ਗਿਆ ਜੀ, 24%। ਕਿੰਨਾ ਆ ਗਿਆ ਜੀ,
14 प्लस 10 कितना बन गया जी 24%। कितना बन गया दोस्तों 24% प्लस 14 एक जीरो नाल एक जीरो कट्टेगी तो 14 बटा कितना आ गया जी 10 तो एक बटा कितना आ गया जी 1.4%। आ कितना बन गया जी 1.4%। 24% प्लस 1.4% तो कितना बन गया जी 25.4% बन गया दोस्तों। कितना बन गया जी 25.4% बन गया। तो 25.4% केड़ी वैल्यू बनती है जी सी वैल्यू बनती है। केड़ी बनती है जी सी वैल्यू बनती है। इसे क्वेश्चन ਆਪਾਂ एक तरीके नाल होर करते हाँ। वो तरीका केड़ा है वो तरीका केड़ा है जी सपोज करो पहला मैं जी स्टार्टिंग दे विच इनीशियल जी हैगी है इनीशियल जो किराया है वो कितना मान लिया जी मैं 100 रुपये मान लिया। कितना मान लिया दोस्तों 100 रुपये मान लिया। ठीक है जी। उस तो बाद की कहता हो किराया कितना इंक्रीज़ हो गया जी 14%। कितना इंक्रीज़ हो गया 14% इंक्रीज़ हो गया। तो 100 का 14% कितना आ गया जी 14 रुपये आ गया। 14 का सॉरी 100 का 14% कितना बन गया जी 14 रुपये बन गया। तो यदा मतलब जी किराया पहला 100 रुपये सीगा तो हुण कितना आ गया जी 114 आ गया। कितना आ गया दोस्तों 114 हो गया। उस तो बाद कितना इंक्रीज़ होता है जी कितना इंक्रीज़ होता है 10%। कितना इंक्रीज़ होता है जी 10%। ठीक है जी। तो हुण 114 तो कितना हो गया जी 10% इंक्रीज़ हो गया। हुण एक चीज़ ध्यान रखियो हुण 10% जो इंक्रीज़ होया ना 100 का नहीं होया हुण किहदा होया जी 114 का होया है। तो 114 का 10% कितना बन गया जी 11.4। 114 का 10% कितना बन गया जी 11.4। देखो 114 है यदा कितना बनाना जी 10%। तो 10% का मतलब कितना आ गया 10/100। एक जीरो नाल एक जीरो कटेगी 114 बटा कितना आ गया जी 10। 114 बटा कितना आ गया जी 10। तो एक पॉइंट तो बाद लगावांगे पॉइंट तो बाद लगाएंगे तो कितना आ गया जी 11.4 आ गया जी। कितना आ गया 11.4। ठीक है जी। तो कितना इंक्रीज़ हो गया जी 11.4। तो हुण 11.4 114 ਦੇ ਵਿੱਚ 11.4 ਜਦੋਂ ਆਪਾਂ ਐਡ ਕੀਤਾ ਤਾਂ ਕਿੰਨਾ ਆ ਗਿਆ ਜੀ 125.4 ਆ ਗਿਆ। ਤਾਂ ਹੁਣ ਕਿਰਾਇਆ ਕਿੰਨਾ ਹੋ ਗਿਆ ਜੀ 125.4 ਹੋ ਗਿਆ। ਕਿੰਨਾ ਹੋ ਗਿਆ ਜੀ 125.4। ਤਾਂ ਪਹਿਲਾਂ ਫੇਅਰ ਕਿੰਨਾ ਸੀਗਾ 100 ਰੁਪਿਆ ਹੁਣ ਕਿੰਨਾ ਹੋ ਗਿਆ ਜੀ 125.4। ਪਹਿਲਾਂ ਕਿੰਨਾ ਸੀਗਾ ਜੀ 100 ਹੁਣ ਕਿੰਨਾ ਹੋ ਗਿਆ 125.4। ਤਾਂ ਕਿੰਨਾ ਇੰਕਰੀਜ਼ ਹੋ ਗਿਆ 25.4 ਹੋ ਗਿਆ। 100 ਤੋਂ ਕਿੰਨਾ ਹੋ ਗਿਆ ਜੀ 25.4 ਹੋ ਗਿਆ। ਤਾਂ ਕਿੰਨੇ % ਆ ਗਿਆ ਜੀ 25.4% ਆ ਗਿਆ ਦੋਸਤੋ। ਠੀਕ ਹੈ ਜੀ। ਤਾਂ ਆ ਸੀਗਾ ਇਹਦਾ ਦੂਜਾ ਮੈਥਡ। ਤਾਂ ਭਾਵੇਂ ਇਸ ਤਰੀਕੇ ਨਾਲ ਕਰ ਲਓ ਭਾਵੇਂ ਆ ਬਟ ਇਸ ਨੂੰ ਮੈਂ ਬੈਸਟ ਮੈਥਡ ਮੰਨੂਗਾ। ਠੀਕ ਹੈ ਜੀ ਸਕਸੈਸਿਵ ਇਨਕਰੀਮੈਂਟ। ਬਟ ਇਹਦੇ ਵਿੱਚ ਦਿੱਕਤ ਕੀ ਆਉਂਦੀ ਹੈ ਆ ਸਿਰਫ ਤੇ ਸਿਰਫ 2 ਲਈ ਐਪਲੀਕੇਬਲ ਹੈ। ਤੀਜੀ ਵਾਰੀ ਜੇ ਆ ਜਾਂਦਾ ਤਾਂ ਦਿੱਕਤ ਆਉਣੀ ਸੀਗੀ। ਤਾਂ ਇਸ ਕਰਕੇ ਜੇ 3 ਵਾਰੀ ਹੋਏਗਾ ਜੇ 4 ਵਾਰੀ ਹੋਏਗਾ 5 ਵਾਰੀ ਹੋਏਗਾ ਤਾਂ ਹਮੇਸ਼ਾ ਕੁਐਸਚਨ ਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ। ਠੀਕ ਹੈ ਜੀ। ਤਾਂ ਆ ਸੀਗਾ ਜਦ ਆਪਣਾ ਸੈਕੰਡ ਲੈਕਚਰ ਜਿਹਦੇ ਵਿੱਚ ਮੈਂ ਹਰੇਕ ਕੁਐਸਚਨ ਇੱਕ ਟਾਈਪ ਦੀ ਲੈਣ ਦੀ ਕੋਸ਼ਿਸ਼ ਕੀਤੀ ਹੈ। ਤੇ ਗਰਮੀ ਬੜੀ ਹੈ ਫੈਨ ਚੱਲ ਰਿਹਾ ਤਾਂ ਵੀ ਦੇਖੋ ਮੁੜ ਕੇ ਹੋ ਗਿਆ। ਤਾਂ ਦੋਸਤੋ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਵੱਧ ਤੋਂ ਵੱਧ ਕੀ ਕਰਨਾ ਜੀ ਸ਼ੇਅਰ ਕਰਨਾ ਹੈ। ਠੀਕ ਹੈ ਜੀ। ਅੱਜ ਦੇ ਲਈ ਇੰਨਾ ਹੀ ਹੈ ਜੀ। ਥੈਂਕ ਯੂ ਧੰਨਵਾਦ।